ਅਸੀਂ ਕਣਕ ਬੀਜਦੇ ਆ, ਝੋਨਾ ਬੀਜਦੇ ਤੇ ਸਾਰੀ ਦੁਨੀਆ ਬੀਜਦੀ ਆ। ਕੋਈ ਇਹੋ ਜਿਹਾ ਕੰਮ ਕਰੀਏ ਜਿਹੜੇ ਬਾਕੀ ਨਾ ਕਰਦੇ ਹੋਣ। ਤੇ ਉਹ ਸਾਡੇ ਮਨ 'ਚ ਇੱਕ ਆਇਆ ਵੀ ਯਾਰ ਅਸੀਂ ਮਸ਼ਰੂਮ ਦਾ ਦੇਖਣਾ ਵੀ ਇਹ ਮਸ਼ਰੂਮ ਕੀ ਚੀਜ਼ ਆ। ਇੱਕ ਆੜਤੀ ਕੋਲ ਗਏ, ਉਹ ਕਹਿੰਦਾ ਮੇਰੀ ਉਹ ਆੜਤ ਕਰਦੇ ਉਹਨੂੰ 33 ਸਾਲ ਹੋ ਗਏ, ਪਰ ਮੈਂ ਇਹ ਬਲਾ ਨਹੀਂ ਸੁਣੀ ਵੀ ਇਹ ਕਿਹੜੀ ਸਬਜ਼ੀ ਆ ਜਿਹੜੀ ਤੁਸੀਂ ਜਿਹਦਾ ਨਾਂ ਲੈਂਦੇ ਆ। ਤੇ ਅਸੀਂ ਇਹ ਕਿਹਾ ਵੀ ਇਹ ਚੀਜ਼ ਜਿਹੜੀ ਆ ਲੋਕਾਂ 'ਚ ਪ੍ਰਚਲਿਤ ਨਹੀਂ ਹੈਗੀ, ਲੋਕ ਇਹਨੂੰ ਜਾਣਦੇ ਨਹੀਂ ਹੈਗੇ। ਜੇ ਇਸ ਚੀਜ਼ 'ਤੇ ਕੰਮ ਕੀਤਾ ਜਾਵੇ ਤੇ ਇੱਕ ਤੇ ਅਸੀਂ ਫਸਲੀ ਚੱਕਰ 'ਚੋਂ ਨਿਕਲਾਂਗੇ, ਇੱਕ ਲੋਕਾਂ ਲਈ ਇੱਕ ਨਵੀਂ ਚੀਜ਼ ਲੈ ਕੇ ਆਵਾਂਗੇ, ਸਾਡੀ ਇੱਕ ਵੱਖਰੀ ਪਹਿਚਾਣ ਬਣੂਗੀ ਵੀ ਅਸੀਂ ਇਹ ਕੰਮ ਕਰ ਰਹੇ ਹਾਂ। ਕਿਹੜੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ ਤੇ ਲੋਕਾਂ ਦਾ ਕੀ ਰਵੱਈਆ ਸੀ ਉਸ ਟਾਈਮ? ਮੈਡਮ ਰਵੱਈਆ ਇਹ ਸੀ ਵੀ ਲੋਕ ਸਾਨੂੰ ਮਜ਼ਾਕ ਕਰਦੇ ਸੀ। ਅਸੀਂ ਇੱਕ ਬਹੁਤ ਛੋਟੇ ਜਿਹੇ ਲੈਵਲ ਤੇ ਕੰਮ ਕਰਦੇ ਸੀ ਤੇ ਸਾਨੂੰ ਖੁੰਭ ਫੈਕਟਰੀ ਕਹਿੰਦੇ ਸੀ। ਤੇ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਸੀ ਵੀ ਮਾਲਕਾ ਵੀ ਕਿਸੇ ਦਿਨ ਫੈਕਟਰੀ ਸਾਡੀ ਲਗਾ ਦੇ। ਉਹ ਪ੍ਰਮਾਤਮਾ ਨੇ ਅੱਜ ਲਗਾ ਦਿੱਤੀ, ਅੱਜ ਨਹੀਂ ਕੋਈ ਕਹਿੰਦਾ ਸਾਨੂੰ। ਕਈ ਵਾਰ ਹਾਲਾਤ ਇੱਦਾਂ ਦੇ ਆ ਜਾਂਦੇ ਸੀਗੇ ਵੀ ਮਨ ਉਦਾਸ ਹੋ ਜਾਂਦਾ ਸੀ ਵੀ ਅਸੀਂ ਕਰਨਾ ਵੀ ਚਾਹੁੰਦੇ ਸੀ ਪਰ ਸਾਡੀ ਕੋਈ ਬਾਂਹ ਫੜਨ ਵਾਲਾ ਨਹੀਂ ਸੀ। ਅਸੀਂ ਹਟੇ ਨਹੀਂ, ਅਸੀਂ ਅੱਕੇ ਨਹੀਂ, ਥੱਕੇ ਜ਼ਰੂਰ ਸੀ ਪਰ ਅੱਕੇ ਨਹੀਂ। ਅਸੀਂ ਉਹਦੇ ਬਾਰੇ ਪੁੱਛਿਆ ਕਿ ਈਵਨ ਇੱਥੇ ਕਿ ਲੇਬਰ ਵਾਲਿਆਂ ਦੇ ਬੰਦਿਆਂ ਦੇ ਵੀ ਅਸੀਂ ਗੋਡੀਆਂ ਹੱਥ ਲਾਏ ਉਹਨਾਂ ਸਮਿਆਂ ਦੇ ਵਿੱਚ ਇਸ ਚੀਜ਼ ਦੀ ਪ੍ਰਾਪਤੀ ਕਰਨੇ ਨੂੰ। ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਨੂਜਾ ਸ਼ਰਮਾ। ਤੇ ਜਿੱਥੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਨੂੰ ਅਸੀਂ ਜਾਣਦੇ ਹਾਂ ਪੰਜਾਂ ਦਰਿਆਵਾਂ ਦੀ ਧਰਤੀ ਤੇ ਖੇਤੀ ਕੀਤਾ ਜਿਹੜਾ ਆ ਪੰਜਾਬ ਦਾ ਸਭ ਤੋਂ ਮਸ਼ਹੂਰ ਕਿੱਤਾ ਆ ਤੇ ਪੰਜਾਬ ਦੀ ਧਰਤੀ ਨੂੰ ਸਭ ਤੋਂ ਜ਼ਿਆਦਾ ਉਪਜਾਊ ਧਰਤੀ ਕਿਹਾ ਜਾਂਦਾ ਆ। ਲੇਕਿਨ ਇੱਕ ਬਹੁਤ ਵੱਡਾ ਸਵਾਲ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਰਹਿ ਜਾਂਦਾ ਹੈ ਜਿਸ ਵਕਤ ਅਸੀਂ ਖੇਤੀ ਦੀ ਗੱਲ ਕਰਦੇ ਹਾਂ ਕਿ ਪੰਜਾਬ 'ਚ ਸਭ ਤੋਂ ਵੱਧ ਖੇਤੀ ਹੁੰਦੀ ਹੈ ਕਣਕ ਦੀ ਤੇ ਝੋਨੇ ਦੀ, ਲੇਕਿਨ ਹੋਰ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਪਿੱਛੇ ਛੱਡ ਦਿੱਤਾ ਜਾਂਦਾ ਆ। ਅੱਜ ਅਸੀਂ ਇੱਕ ਅਜਿਹੀ ਥਾਂ ਤੇ ਤੁਹਾਨੂੰ ਲੈ ਕੇ ਆਏ ਹਾਂ ਜਿੱਥੇ ਤੁਹਾਨੂੰ ਪਤਾ ਚੱਲੇਗਾ ਕਿ ਪੰਜਾਬ ਦੇ ਵਿੱਚ ਸਿਰਫ ਝੋਨਾ ਤੇ ਕਣਕ ਨਹੀਂ, ਹੋਰ ਬਹੁਤ ਸਾਰੀ ਫਸਲਾਂ ਹੈਗੀਆਂ ਆ। ਉਹਨਾਂ 'ਚੋਂ ਇੱਕ ਫਸਲ ਹੈਗੀ ਆ ਮਸ਼ਰੂਮ। ਇਹ ਹੈਗਾ ਮਸ਼ਰੂਮ ਫਾਰਮ ਤੇ ਤੁਹਾਨੂੰ ਅੱਜ ਅਸੀਂ ਮਿਲਵਾਵਾਂਗੇ ਪੰਜਾਬ ਦੇ ਮਸ਼ਰੂਮ ਕਿੰਗਸ ਦੇ ਨਾਲ, ਜਿਨ੍ਹਾਂ ਨੂੰ ਪੰਜਾਬ ਦੇ ਮਸ਼ਰੂਮ ਕਿੰਗਸ ਦੇ ਨਾਮ ਨਾਲ ਜਾਣਿਆ ਜਾਂਦਾ ਆ ਤੇ ਬਹੁਤ ਸਾਰੇ ਅਵਾਰਡਸ ਨਾਲ ਵੀ ਸਨਮਾਨਿਤ ਕੀਤਾ ਗਿਆ ਹੈਗਾ ਆ। ਪਹਿਲੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ, ਇਹ ਉਪਰਾਲਾ ਜਿਹੜਾ ਆ ਦੋ ਭਰਾਵਾਂ ਵੱਲੋਂ ਕੀਤਾ ਗਿਆ, ਸੰਜੀਵ ਸਿੰਘ ਤੇ ਰਜਿੰਦਰ ਸਿੰਘ ਵੱਲੋਂ। ਉਹਨਾਂ ਦੇ ਵਿੱਚੋਂ ਸਾਡੇ ਨਾਲ ਅੱਜ ਮੌਜੂਦ ਨੇ ਰਜਿੰਦਰ ਸਿੰਘ ਜੀ ਮੌਜੂਦ ਨੇ ਤੇ ਅਗਲੀ ਪੀੜ੍ਹੀ ਜਿਹੜੀ ਹੈ ਹਰਮਨ ਸਿੰਘ ਵੀ ਇੱਥੇ ਮੌਜੂਦ ਨੇ। ਇਹਨਾਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹ ਸਫ਼ਰ ਜਿਹਨੂੰ ਅੱਜ ਤੋਂ 25 ਸਾਲ ਪਹਿਲਾਂ ਸ਼ੁਰੂਆਤ ਕੀਤੀ ਗਈ ਸੀਗੀ ਉਹ ਕਿਸ ਤਰੀਕੇ ਨਾਲ ਚੱਲ ਰਿਹਾ ਆ ਤੇ ਹੁਣ ਕਿਸ ਪੱਧਰ ਤੇ ਪਹੁੰਚ ਚੁੱਕਾ ਹੈ ਤੇ ਅੱਗੇ ਕੀ ਉਪਰਾਲੇ ਹੋਰ ਨੇ ਜਿਹੜੇ ਸੋਚੇ ਜਾ ਰਹੇ ਨੇ। ਪਹਿਲੇ ਆਪਾਂ ਕਰਦੇ ਹਾਂ ਮਸ਼ਰੂਮ ਕਿੰਗ ਰਜਿੰਦਰ ਸਿੰਘ ਜੀ ਦਾ ਸਵਾਗਤ। ਬਹੁਤ ਬਹੁਤ ਸਵਾਗਤ ਰਜਿੰਦਰ ਜੀ। ਥੈਂਕਸ ਮੈਡਮ, ਥੈਂਕਸ। ਤੁਹਾਡਾ ਚੈਨਲ ਦਾ ਸਾਡੇ ਕੋਲ ਆਉਣ ਦਾ ਬਹੁਤ ਜ਼ਿਆਦਾ ਧੰਨਵਾਦ ਜੀ। ਔਰ ਇਸ ਚੈਨਲ ਦੇ ਮਾਧਿਅਮ ਰਾਹੀਂ ਬਾਕੀ ਸਾਰੇ ਦਰਸ਼ਕਾਂ ਨੂੰ ਜੋ ਸਾਨੂੰ ਦੇਖ ਰਹੇ ਆ ਔਰ ਸੁਣ ਰਹੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਿ ਉਹ ਇਸ ਚੀਜ਼ ਨੂੰ ਜਿਹੜਾ ਆ ਮੈਡਮ ਸਾਡੇ ਕੋਲ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਦਾ ਇੱਕ ਸਾਧਨ ਬਣੇ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਰਜਿੰਦਰ ਜੀ, ਜਿਸ ਵਕਤ ਗੱਲ ਕਰਦੇ ਹਾਂ ਪਹਿਲਾਂ ਸ਼ੁਰੂਆਤ ਦੀ ਗੱਲ ਕਰ ਲੈਂਦੇ ਹਾਂ ਕਿਉਂਕਿ ਸ਼ੁਰੂਆਤ ਜਿਹੜੀ ਹੁੰਦੀ ਪਹਿਲਾਂ ਪੈਰ ਪੁੱਟਣਾ ਬਹੁਤ ਔਖਾ ਹੁੰਦਾ ਆ। ਸ਼ੁਰੂਆਤ ਕਿਸ ਤਰੀਕੇ ਨਾਲ ਕੀਤੀ ਤੇ ਕਿਸ ਤਰੀਕੇ ਨਾਲ ਸੋਚਿਆ ਕਿ ਮਸ਼ਰੂਮ ਫਾਰਮਿੰਗ ਕਰਾਂਗੇ, ਮਸ਼ਰੂਮ ਨੂੰ ਅੱਗੇ ਲੈ ਕੇ ਜਾਵਾਂਗੇ? ਜੀ ਮੈਡਮ, ਜਦੋਂ ਅਸੀਂ ਮਤਲਬ ਪੜ੍ਹਦੇ ਸੀਗੇ ਨਾ ਉਦੋਂ ਸਾਡੇ ਮਨ 'ਚ ਇੱਕ ਖਿਆਲ ਸੀਗਾ ਵੀ ਅਸੀਂ ਕਣਕ ਬੀਜਦੇ ਆ, ਝੋਨਾ ਬੀਜਦੇ ਤੇ ਸਾਰੀ ਦੁਨੀਆ ਬੀਜਦੀ ਆ। ਕੋਈ ਇਹੋ ਜਿਹਾ ਕੰਮ ਕਰੀਏ ਜਿਹੜੇ ਬਾਕੀ ਨਾ ਕਰਦੇ ਹੋਣ। ਜਦੋਂ ਬਹੁਤ ਸਾਰੀ ਕੋਈ ਭੀੜ ਚੱਲਦੀ ਹੋਵੇ ਤੇ ਜੇ ਉਸ ਭੀੜ ਦੇ ਵਿੱਚ ਵੜ ਜਾਓ ਤੇ ਬੰਦਾ ਫਿਰ ਉਹ ਗੁਆਚ ਜਾਂਦਾ। ਉਸ ਭੀੜ ਤੋਂ ਇੱਕ ਅਲੱਗ ਰਸਤਾ ਚੁਣੀਏ ਜਿਹਦੇ ਵਿੱਚ ਅਸੀਂ ਗੁਆਚੀਏ ਨਾ, ਅਸੀਂ ਇੱਕ ਵੱਖਰਾ, ਸਾਡਾ ਰਸਤਾ ਵੱਖਰਾ ਹੀ ਹੋਵੇ, ਸਾਡਾ ਇੱਕ ਪੈਰਾਮੀਟਰ ਵੱਖਰਾ ਹੋਵੇ, ਸਾਡੀ ਪਹਿਚਾਣ ਲੋਕਾਂ ਤੱਕ ਜਾਵੇ। ਅਸੀਂ ਇੱਕ ਇਹੋ ਜਿਹੇ ਕੰਮ ਦੀ ਭਾਲ ਵਿੱਚ ਸੀ ਤੇ ਇਹ ਅਸੀਂ ਜਦੋਂ ਗ੍ਰੈਜੂਏਸ਼ਨ ਕਰਦੇ ਸੀ ਤੇ ਉਦੋਂ ਹੀ ਸਾਡੇ ਮਨ 'ਚ ਬੜਾ ਸੁਪਨਾ ਹੁੰਦਾ ਸੀ ਜਦੋਂ ਅਸੀਂ ਕਿਸੇ ਰੋਡ ਥਾਣੀ ਜਾਣਾ, ਕਿਤੇ ਕੋਈ ਫਲਾਵਰਿੰਗ ਦਾ ਕੰਮ ਹੋਣਾ ਤੇ ਅਸੀਂ ਉਹ ਦੇਖਣ ਜਾਣਾ। ਸਾਨੂੰ ਕਿਤੇ ਕੋਈ ਦਿਸਣਾ ਵੀ ਇੱਥੇ ਕੋਈ ਨਵਾਂ ਕਾਰੋਬਾਰ ਹੋ ਰਿਹਾ, ਅਸੀਂ ਆਪਣੀ ਕਾਰ 'ਚ ਉਤਰ ਕੇ ਉੱਥੇ ਦੇਖਣ ਜਾਣਾ ਵੀ ਇੱਥੇ ਕੀ ਹੋ ਰਿਹਾ। ਅਸੀਂ ਬੜੀ ਭਾਲ ਵਿੱਚ ਸੀ। ਸਾਨੂੰ ਅਚਾਨਕ ਇਸ ਚੀਜ਼ ਦਾ ਮਤਲਬ ਸੁਪਨਾ ਕਹਿ ਲਓ ਜਾਂ ਇੱਕ ਵਾਰੀ ਅਸੀਂ ਜਾਂਦੇ ਸੀ ਹੁਸ਼ਿਆਰਪੁਰ ਨੂੰ ਤੇ ਅਸੀਂ ਉਹ ਚਾਲ ਮਸ਼ਰੂਮ ਤੇ ਸਾਡੀ ਨਿਗਾਹ ਪਈ ਤੇ ਉਹ ਸਾਡੇ ਮਨ 'ਚ ਇੱਕ ਆਇਆ ਵੀ ਯਾਰ ਅਸੀਂ ਮਸ਼ਰੂਮ ਦਾ ਦੇਖਣਾ ਵੀ ਇਹ ਮਸ਼ਰੂਮ ਕੀ ਚੀਜ਼ ਆ।
ਅਸੀਂ ਉਹਦੇ ਬਾਰੇ ਜਦੋਂ ਸਟੱਡੀ ਕਰਨਾ ਸ਼ੁਰੂ ਕੀਤਾ ਤੇ ਉਹ ਸਾਨੂੰ ਇੱਕ ਬੜਾ ਮਤਲਬ ਲੱਗਾ, ਇੰਟਰਸਟਡ ਵੀ ਲੱਗਾ ਤੇ ਔਖਾ ਵੀ ਲੱਗਾ, ਕਿਉਂਕਿ ਉਸ ਸਮੇਂ ਦੇ ਵਿੱਚ ਕੋਈ ਗਾਈਡ ਕਰਨ ਵਾਲਾ ਨਹੀਂ ਸੀ। ਈਵਨ ਇੱਥੇ ਤੱਕ ਵੀ ਮਸ਼ਰੂਮ ਨੂੰ ਲੋਕ ਜਾਣਦੇ ਵੀ ਨਹੀਂ ਸੀ ਵੀ ਮਸ਼ਰੂਮ ਹੈ ਕੀ ਚੀਜ਼। ਤੇ ਅਸੀਂ ਇਹ ਕਿਹਾ ਵੀ ਇਹ ਚੀਜ਼ ਜਿਹੜੀ ਆ ਲੋਕਾਂ 'ਚ ਪ੍ਰਚਲਿਤ ਨਹੀਂ ਹੈਗੀ, ਲੋਕ ਇਹਨੂੰ ਜਾਣਦੇ ਨਹੀਂ ਹੈਗੇ। ਜੇ ਇਸ ਚੀਜ਼ ਤੇ ਕੰਮ ਕੀਤਾ ਜਾਵੇ ਤੇ ਇੱਕ ਤੇ ਅਸੀਂ ਫਸਲੀ ਚੱਕਰ 'ਚੋਂ ਨਿਕਲਾਂਗੇ, ਇੱਕ ਲੋਕਾਂ ਲਈ ਇੱਕ ਨਵੀਂ ਚੀਜ਼ ਲੈ ਕੇ ਆਵਾਂਗੇ, ਸਾਡੀ ਇੱਕ ਵੱਖਰੀ ਪਹਿਚਾਣ ਬਣੂਗੀ ਵੀ ਅਸੀਂ ਇਹ ਕੰਮ ਕਰ ਰਹੇ ਹਾਂ। ਉੱਥੋਂ ਮੈਡਮ ਸਾਡੇ ਅੱਜ ਤੋਂ 92 ਦੇ ਵਿੱਚ ਲਗਭਗ ਅਸੀਂ ਇਹ ਸਟਾਰਟ ਕੀਤਾ ਸੀਗਾ। ਉੱਥੋਂ ਇਹਦੀ ਸਟੱਡੀ ਕਰਦੇ ਕਰਦੇ ਅਸੀਂ ਕਾਲਜ 'ਚ ਪੜ੍ਹਦੇ ਇਸ ਲਾਈਨ ਨੂੰ ਅਸੀਂ ਟੱਚ ਕਰ ਦਿੱਤਾ ਜੀ। ਫਿਰ ਉਸ ਤੋਂ ਬਾਅਦ ਇਸ ਕੰਮ ਦੇ ਵਿੱਚ ਸਾਡੀ ਹੌਲੀ ਹੌਲੀ ਦਿਲਚਸਪੀ ਵੱਧਦੀ ਗਈ, ਜਿਵੇਂ ਸਾਨੂੰ ਚੰਗੀਆਂ ਸ਼ਖਸੀਅਤਾਂ ਜਿਹੜੀਆਂ ਉਹ ਮੋਟੀਵੇਟ ਕਰਦੀਆਂ ਰਹੀਆਂ। ਔਰ ਉਹ ਸਮੱਸਿਆਵਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਟਾਈਮ ਸਮੱਸਿਆਵਾਂ ਇੰਨੀਆਂ ਕੁ ਸੀ ਵੀ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ। ਬਿਲਕੁਲ ਸਿੰਘ ਸਾਹਿਬ, ਮੇਰਾ ਨਾ ਅਗਲਾ ਸਵਾਲ ਇਹੀ ਸੀ, ਸਮੱਸਿਆਵਾਂ ਹਰ ਰਾਹ ਤੇ ਉੱਤੇ ਆਉਂਦੀਆਂ ਨੇ, ਲੇਕਿਨ ਇੱਕ ਸਮੱਸਿਆ ਇਹ ਵੀ ਹੁੰਦੀ ਹੈ ਕਿ ਲੋਕ ਕੀ ਕਹਿੰਦੇ ਨੇ। ਉੱਥੇ ਕਿਸ ਤਰੀਕੇ ਦਾ ਮਾਹੌਲ ਮਿਲਿਆ ਜਿਸ ਵਕਤ ਸਟਾਰਟ ਕੀਤੀ, ਕਿਹੜੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ ਤੇ ਲੋਕਾਂ ਦਾ ਕੀ ਰਵੱਈਆ ਸੀ? ਉਸ ਟਾਈਮ ਮੈਡਮ ਰਵੱਈਆ ਇਹ ਸੀ ਵੀ ਲੋਕ ਸਾਨੂੰ ਮਜ਼ਾਕ ਕਰਦੇ ਸੀ। ਅਸੀਂ ਇੱਕ ਬਹੁਤ ਛੋਟੇ ਜਿਹੇ ਲੈਵਲ 'ਤੇ ਕੰਮ ਕਰਦੇ ਸੀ ਤੇ ਸਾਨੂੰ ਖੁੰਭ ਫੈਕਟਰੀ ਕਹਿੰਦੇ ਸੀ। ਤੇ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਸੀ ਵੀ ਮਾਲਕਾ ਵੀ ਕਿਸੇ ਦਿਨ ਫੈਕਟਰੀ ਸਾਡੀ ਲਗਾ ਦੇ। ਉਹ ਪ੍ਰਮਾਤਮਾ ਨੇ ਅੱਜ ਲਗਾ ਦਿੱਤੀ। ਅੱਜ ਨਹੀਂ ਕੋਈ ਕਹਿੰਦਾ ਸਾਨੂੰ। ਅੱਜ ਲੋਕ ਉਹ ਜਿਹੜੇ ਉਦੋਂ ਉਹ ਗੱਲਾਂ ਕਰਦੇ ਸੀ, ਅੱਜ ਉਹ ਮੂੰਹ 'ਚ ਉਂਗਲਾਂ ਪਾਉਂਦੇ ਵੀ ਇਹ ਤਾਂ ਸੱਚੀ ਮੁੱਚੀ ਫੈਕਟਰੀ ਲੱਗ ਗਈ। ਉਸ ਟਾਈਮ ਦੋ ਸਮੱਸਿਆਵਾਂ ਵੱਡੀਆਂ ਸੀ ਮੈਡਮ। ਸਭ ਤੋਂ ਵੱਡੀ ਤਾਂ ਇਹ ਸੀ ਵੀ ਗਾਈਡੈਂਸ ਦੀ ਬੜੀ ਜ਼ਿਆਦਾ ਘਾਟ ਸੀ। ਦੂਜੀ ਗੱਲ ਇਹ ਵੀ ਜੇ ਮਸ਼ਰੂਮ ਪੈਦਾ ਕਰਨੀ ਔਖੀ ਸੀ, ਜੇ ਪੈਦਾ ਕਰ ਲਈਏ ਤਾਂ ਉਹਨੂੰ ਮਾਰਕੀਟਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਸੀ। ਜਿਸ ਮਾਰਕੀਟ ਦੇ ਵਿੱਚ ਅਸੀਂ ਸਰਵੇ ਕੀਤਾ, ਜਿੱਥੇ ਅਸੀਂ ਜਾਂਦੇ ਸੀ, ਅਸੀਂ ਕਹਿੰਦੇ ਯਾਰ ਮਸ਼ਰੂਮ ਦੀ, ਉਹ ਕਹਿੰਦੇ ਯਾਰ ਅਸੀਂ ਤਾਂ ਕਦੀ ਦੇਖੀ ਨਹੀਂ ਇਹੋ। ਸਾਡੇ ਤਾਂ ਕਦੀ ਇੱਕ ਆੜਤੀ ਕੋਲ ਗਏ, ਉਹ ਕਹਿੰਦਾ ਮੇਰੀ ਉਹ ਆੜਤ ਕਰਦੇ ਉਹਨੂੰ 33 ਸਾਲ ਹੋ ਗਏ, ਪਰ ਮੈਂ ਇਹ ਬਲਾ ਨਹੀਂ ਸੁਣੀ ਵੀ ਇਹ ਕਿਹੜੀ ਸਬਜ਼ੀ ਆ ਜਿਹੜੀ ਤੁਸੀਂ ਜਿਹਦਾ ਨਾਂ ਲੈਂਦੇ ਆ। ਉਸ ਟਾਈਮ ਮਤਲਬ ਬਿਲਕੁਲ ਲੋਕ ਨਹੀਂ ਸੀ ਜਾਣਦੇ। ਅੱਜ ਤੇ ਖੁੰਬਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਵੈਰਾਈਟੀਆਂ ਬਣਦੀਆਂ, ਮਸ਼ਰੂਮ ਦੇ ਪਕੌੜੇ ਬਹੁਤ ਵਧੀਆ ਬਣਦੇ, ਮਸ਼ਰੂਮ ਦੀਆਂ ਹੋਰ ਡਿਸ਼ਿਜ਼ ਬਹੁਤ ਜ਼ਿਆਦਾ ਆ ਰਹੀਆਂ, ਪਰ ਉਸ ਟਾਈਮ ਇਹਨੂੰ ਕੋਈ ਸਬਜ਼ੀ ਦੇ ਤੌਰ 'ਤੇ ਕੀ ਇਹਦਾ ਨਾਂ ਤੱਕ ਨਹੀਂ ਸੀ ਜਾਣਦਾ। ਵੱਡੀ ਸਮੱਸਿਆ ਦੋ ਖੜੀਆਂ ਸੀ, ਇੱਕ ਤਾਂ ਪੈਦਾ ਕਰਨੇ ਦੀ, ਇੱਕ ਮੰਡੀ ਕਰਨੇ ਦੀ। ਅਸੀਂ ਫਿਰ ਇਸ ਸਮੱਸਿਆਵਾਂ ਜਿਹੜੀਆਂ ਦੇ ਵਿੱਚੋਂ ਗੁਜ਼ਰੇ ਵੀ ਕਈ ਵਾਰ ਹਾਲਾਤ ਇੱਦਾਂ ਦੇ ਆ ਜਾਂਦੇ ਸੀਗੇ ਵੀ ਮਨ ਉਦਾਸ ਹੋ ਜਾਂਦਾ ਸੀ ਵੀ ਅਸੀਂ ਕਰਨਾ ਵੀ ਚਾਹੁੰਦੇ ਸੀ ਪਰ ਸਾਡੀ ਕੋਈ ਬਾਂਹ ਫੜਨ ਵਾਲਾ ਨਹੀਂ ਸੀ। ਪਰ ਅਸੀਂ ਇਸ ਕਾਰੋਬਾਰ ਨੂੰ, ਇਸ ਚੀਜ਼ ਨੂੰ ਪਾਉਣ ਦੀ ਖਾਤਰ ਅਸੀਂ ਹਟੇ ਨਹੀਂ, ਅਸੀਂ ਮਤਲਬ ਅੱਕੇ ਨਹੀਂ। ਥੱਕੇ ਜ਼ਰੂਰ ਸੀ ਪਰ ਅੱਕੇ ਨਹੀਂ। ਅਸੀਂ ਗਾਂਹ ਤੋਂ ਗਾਂਹ ਜਿੱਥੇ ਵੀ ਸਾਨੂੰ ਕੋਈ ਇਹਦਾ ਸਰੋਤ ਪਤਾ ਲੱਗਦਾ ਸੀ, ਅਸੀਂ ਉਸ ਸਰੋਤ 'ਤੇ ਅਪਰੋਚ ਕੀਤੀ। ਅਸੀਂ ਉਹਦੇ ਬਾਰੇ ਪੁੱਛਿਆ ਕਿ ਈਵਨ ਇੱਥੇ ਕਿ ਲੇਬਰ ਵਾਲਿਆਂ ਦੇ ਬੰਦਿਆਂ ਦੇ ਵੀ ਅਸੀਂ ਗੋਡੀਆਂ ਹੱਥ ਲਾਏ ਉਹਨਾਂ ਸਮਿਆਂ ਦੇ ਵਿੱਚ ਇਸ ਚੀਜ਼ ਦੀ ਪ੍ਰਾਪਤੀ ਕਰਨੇ ਨੂੰ। ਔਰ ਨਾ ਸਾਨੂੰ ਦਿਨ ਤਾਂ ਰਾਤ ਦਾ ਪਤਾ ਲੱਗਦਾ ਸੀ। ਜਦੋਂ ਅਸੀਂ ਜਾਂਦੇ ਕਿਸੇ ਪਾਸੇ ਹੋਰ ਸੀ ਤਾਂ ਸਾਡੇ ਦਿਮਾਗ 'ਚ ਇਹ ਚੀਜ਼ ਘੁੰਮੀ ਜਾਂਦੀ ਸੀ ਵੀ ਆਹ ਸਮੱਸਿਆ ਖੜੀ ਹੋਈ ਹੈ, ਇਹਦਾ ਸਮਾਧਾਨ ਕਿੱਦਾਂ ਕੀਤਾ ਜਾਵੇ। ਇੱਕ ਚੀਜ਼ ਨੂੰ ਜਦੋਂ ਅਸੀਂ ਲੌਂਗ ਟਾਈਮ ਤੱਕ ਸੋਚਦੇ ਹਾਂ ਤਾਂ ਪਰਮਾਤਮਾ ਵੀ ਬੰਦੇ ਦੀ ਹੈਲਪ ਕਰਦਾ, ਉਹਦਾ ਕੋਈ ਨਾ ਕੋਈ ਸੋਲਿਊਸ਼ਨ ਨਿਕਲ ਆਉਂਦਾ ਸੀ। ਬਹੁਤ ਸਾਰੇ ਲੌਸਿਜ ਵੀ ਸਾਨੂੰ ਹੋਏ ਪਰ ਅਸੀਂ ਹਟੇ ਨਹੀਂ। ਪਰਮਾਤਮਾ ਦੀ ਕਿਰਪਾ ਨਾਲ ਅੱਜ ਅਸੀਂ ਇਸ ਮੁਕਾਮ ਤੱਕ ਆਏ ਹਾਂ। ਬਹੁਤ ਵੱਡੀ ਗੱਲ ਕਹੀ ਕਿ ਜਹਾਂ ਚਾਹ ਹੈ ਵਹਾਂ ਰਾਹ ਹੈ। ਜਿੱਥੇ ਚਾਹ ਹੁੰਦੀ ਉੱਥੇ ਰਾਹ ਆਪਣੇ ਆਪ ਬਣ ਜਾਂਦੀ ਹੈ, ਔਰ ਬੰਦੀ ਵੀ ਨਹੀਂ ਹੈ। ਜਿੱਥੇ ਚਾਹ ਹੁੰਦੀ ਲੋਕ ਮਿਹਨਤ ਇੰਨੀ ਕਰਦੇ ਨੇ ਤੇ ਆਪਣੀ ਔਖੀ ਘੜੀਆਂ ਦੇ ਵਿੱਚੋਂ ਰਾਹ ਲੱਭ ਕੇ ਲਿਆਉਂਦੇ ਨੇ। ਤੇ ਜੇਕਰ ਗੱਲ ਕਰੀਏ ਜਿਸ ਲੌਸਿਸ ਵੀ ਹੋਏ ਹੋਣਗੇ, ਘਰਦਿਆਂ ਨੇ ਕੀ ਕਿਹਾ? ਘਰਦਿਆਂ ਨੇ ਨਹੀਂ ਕਿਹਾ ਕਿ ਬਹੁਤ ਨੁਕਸਾਨ ਹੋ ਰਿਹਾ, ਹੁਣ ਇਹਨੂੰ ਛੱਡ ਕੇ ਪਿੱਛੇ ਆ ਜਾਓ? ਦੇਖੋ ਮੈਡਮ, ਗੱਲ ਇਸ ਤਰ੍ਹਾਂ ਹੈਗੀ ਆ ਵੀ ਹਰ ਜਿਹੜਾ ਪੇਰੈਂਟਸ ਆ ਉਹਨਾਂ ਦਾ ਇੱਕ ਸੁਪਨਾ ਹੁੰਦਾ ਕਿ ਮੇਰੇ ਬੱਚੇ ਜਿਹੜੇ ਆ ਇਹ ਕਿਸੇ ਚੰਗੀ ਕਮਾਈ ਵੀ ਕਰਨ ਅਤੇ ਕਿਸੇ ਚੰਗੇ ਮੁਕਾਮ 'ਤੇ ਵੀ ਪਹੁੰਚਣ। ਅਤੇ ਉਦੋਂ ਥੋੜ੍ਹੀ ਬਹੁਤੀ ਇਸ ਚੀਜ਼ ਦੀ ਪ੍ਰੋਬਲਮ ਤਾਂ ਆਉਂਦੀ ਆ, ਪਰ ਫਿਰ ਵੀ ਈਵਨ ਸਾਨੂੰ ਕੋਆਪਰੇਟ ਕਰਦੇ ਰਹੇ ਉਹ ਸਾਨੂੰ ਕਹਿੰਦੇ ਰਹੇ ਵੀ ਕੋਈ ਗੱਲ ਨਹੀਂ, ਤੁਸੀਂ ਹੌਸਲਾ ਨਾ ਛੱਡਿਓ ਵੀ ਕੋਈ ਵੀ ਕੰਮ ਆ ਜਿਹੜਾ ਇਹਦੇ ਵਿੱਚ ਸਮੱਸਿਆਵਾਂ ਆਉਂਦੀਆਂ ਹੁੰਦੀਆਂ। ਉਸ ਚੀਜ਼ ਦਾ ਸਾਨੂੰ ਸਹਿਯੋਗ ਮਿਲਿਆ। ਫਿਰ ਉਸ ਤੋਂ ਬਾਅਦ ਜਿੰਨੇ ਸਾਡੇ ਡਿਪਾਰਟਮੈਂਟ ਦੇ ਸੀ, ਕੁਛ ਸਾਡੇ ਨਾਲ ਇਹੋ ਜਿਹੇ ਸਾਇੰਟਿਸਟ ਜਿਹੜੇ ਉਹ ਜੁੜੇ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੱਤੀ ਔਰ ਸਾਨੂੰ ਬਹੁਤ ਜ਼ਿਆਦਾ ਹੌਸਲਾ ਦਿੱਤਾ। ਅਤੇ ਉਹਦੀ ਬਦੌਲਤ ਜਿਹੜੀ ਆ ਅਸੀਂ ਉਹ ਮਤਲਬ ਇਹਨਾਂ ਸਮੱਸਿਆਵਾਂ ਦੇ ਵਿੱਚੋਂ ਨਿਕਲ ਕੇ ਅਤੇ ਅੱਜ ਇੱਥੇ ਤੱਕ ਆ ਗਏ। ਹਾਂਜੀ, ਇਹ ਤਾਂ ਅਸੀਂ ਇੱਕ ਪੀੜ੍ਹੀ ਨਾਲ ਗੱਲ ਕਰ ਲਈ,
ਜੇਕਰ ਦੂਜੀ ਪੀੜ੍ਹੀ ਨਾਲ ਗੱਲ ਨਾ ਕਰੀਏ, ਕਿਉਂਕਿ ਅੱਗੇ ਕੰਮ ਤੋਰਨਾ ਅਗਲੀ ਪੀੜ੍ਹੀ ਨਹੀਂ ਹੁੰਦਾ ਆ, ਉਸ ਪੀੜ੍ਹੀ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਹੋ ਜਿਹਾ ਲੱਗਦਾ ਆ ਆਪਣੇ ਪਿਓ ਵੱਲੋਂ, ਆਪਣੇ ਚਾਚੇ ਵੱਲੋਂ ਇਹ ਕੰਮ ਸ਼ੁਰੂਆਤ ਕੀਤਾ ਸੀਗਾ ਤੇ ਅੱਜ ਉਹਨੂੰ ਜੁਆਇਨ ਕੀਤਾ ਜਾ ਰਿਹਾ ਹੈਗਾ। ਸਾਡੇ ਨਾਲ ਹਰਮਨ ਜੀ ਮੌਜੂਦ ਨੇ। ਹਰਮਨ ਜੀ, ਜੇਕਰ ਗੱਲ ਕਰੀਏ, ਜਿਸ ਤੋਂ ਪਤਾ ਚੱਲਿਆ ਕਿ ਘਰ ਦੇ ਵਿੱਚ ਖਾਨਦਾਨੀ ਇੰਨਾ ਅੱਛਾ ਮਸ਼ਰੂਮ ਫਾਰਮ ਚੱਲ ਰਿਹਾ ਹੈਗਾ ਆ, ਦੂਜੇ ਪਾਸੇ ਆਪਣੇ ਹਾਣਦਿਆਂ ਨੂੰ ਵੀ ਦੇਖਦੇ ਹੋਣਗੇ ਕਿ ਬਾਹਰ ਨੂੰ ਪਰਤਦੇ ਨੇ, ਬਾਹਰ ਵੱਲ ਨੂੰ ਜਾਂਦੇ ਨੇ। ਕਦ ਸੋਚਿਆ ਕਿ ਨਹੀਂ, ਮੈਂ ਵੀ ਆਪਣੇ ਪਾਪਾ ਦਾ ਤਾਂ ਆਪਣੇ ਚਾਚਾ ਜੀ ਦਾ ਹੱਥ ਵਧਾਊਂਗਾ? ਬਿਲਕੁਲ ਮੈਡਮ, ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਜੀ ਵੀ ਤੁਸੀਂ ਸਾਡੇ ਤੱਕ ਆਏ, ਤੇ ਦਰਸ਼ਕਾਂ ਦਾ ਵੀ ਮੈਂ ਸਵਾਗਤ ਕਰਦਾ ਜਿਹੜੇ ਆ ਸਾਨੂੰ ਦੇਖ ਰਹੇ ਨੇ। ਦੇਖੋ, ਹਰ ਇੱਕ ਸਾਡੇ ਅੱਜ ਕੱਲ੍ਹ ਯੂਥ ਦਾ ਕਰੇਜ਼ ਬਣਿਆ ਜੋ ਅੱਜ ਕੱਲ੍ਹ ਅਬਰੋਡ ਜਾ ਰਿਹਾ, ਤੇ ਮੇਰੇ ਫਰੈਂਡ ਸਰਕਲ ਵੀ ਗਿਆ ਤੇ ਮੇਰੇ ਵੀ ਮਨ ਵਿੱਚ ਸੀਗਾ ਵਿਚਾਰ। ਪਰ ਜਦੋਂ ਤੁਹਾਡੇ ਵਰਗੀਆਂ ਸ਼ਖਸੀਅਤਾਂ ਸਾਡੇ ਕੋਲ ਆਉਂਦੀਆਂ, ਉਹ ਮੇਰੇ ਵਾਸਤੇ ਇੱਕ ਮੋਟਿਵ ਸਾਬਤ ਹੋਈਆਂ। ਤੇ ਮੈਂ ਕਿਹਾ ਵੀ ਏਡੀਆਂ ਮਹਾਨ ਸ਼ਖਸੀਅਤਾਂ ਸਾਡੇ ਕੋਲ ਆ ਰਹੀਆਂ ਨੇ, ਵੀ ਕਿਉਂ ਨਾ ਮੈਂ ਆਪਣੇ ਕੰਮ ਨੂੰ ਅਡੋਪਟ ਕਰਾਂ। ਫਿਰ ਹੌਲੀ ਜਦੋਂ ਮੈਂ ਇਸ ਲਾਈਨ ਦੇ ਵਿੱਚ ਪੈ ਗਿਆ, ਇਹ ਇੱਕ ਬੜਾ ਟੈਕਨੀਕਲ ਕੰਮ ਸੀ, ਇੱਕ ਬਾਕੀ ਕੰਮ ਨਾਲੋਂ ਬਿਲਕੁਲ ਅਲੱਗ ਸੀ। ਤੇ ਅਲੱਗ ਕੰਮ ਕਰਨ ਵਿੱਚ ਸਵਾਦ ਹੁੰਦਾ, ਕਿਉਂਕਿ ਤੁਹਾਡੀ ਪਹਿਚਾਣ ਵੀ ਬਣਦੀ ਹੈ। ਤੇ ਬੇਸਿਕਲੀ ਵਿਦੇਸ਼ ਜਾਣ ਦੇ ਅੱਜ ਕੱਲ੍ਹ ਦੋ ਹੀ ਕਾਰਨ ਹੁੰਦੇ ਨੇ, ਇੱਕ ਫਾਈਨੈਂਸ਼ੀਅਲ ਤੌਰ ਤੇ ਜਾਂ ਕੋਈ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਸਤੇ। ਤੇ ਦੋਵੇਂ ਚੀਜ਼ਾਂ ਇਹ ਬਿਜ਼ਨਸ ਜਿਹੜਾ ਉਹ ਮੈਨੂੰ ਦੇ ਰਿਹਾ ਸੀ। ਸੋ ਇਸ ਲਈ ਮੈਂ ਇਹ ਚੀਜ਼ ਅਡੋਪਟ ਕੀਤੀ। ਤੇ ਤੁਸੀਂ ਜਿਵੇਂ ਸੁਣਿਆ ਹੀ ਹੈ, ਤੇ ਮੇਰੇ ਪੇਰੈਂਟਸ ਨੇ ਇੰਨੀ ਮੁਸ਼ੱਕਤ ਨਾਲ ਇਸ ਫਾਰਮ ਨੂੰ ਇੱਥੇ ਸਟੈਂਡ ਕੀਤਾ ਤੇ ਉਸ ਨੂੰ ਅੱਗੇ ਤੱਕ ਲੈ ਕੇ ਜਾਣਾ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ। ਹਰਮਨ, ਤੁਸੀਂ ਕਿਹੜਾ ਰੋਲ ਅਦਾ ਕਰਦੇ ਹੋ? ਕਿਉਂਕਿ ਮੈਨੂੰ ਦੱਸਿਆ ਸੀਗਾ ਚਾਚਾ ਜੀ ਨੇ ਕਿ ਤੁਸੀਂ BBA ਕੀਤੀ ਹੋਈ ਹੈਗੀ ਹੈ ਤੇ ਬਿਜ਼ਨਸ ਦਾ ਮਾਈਂਡ ਬਹੁਤ ਤਗੜਾ ਹੋ ਜਾਂਦਾ BBA ਕਰਕੇ, ਤੇ ਕਿਸ ਤਰੀਕੇ ਨਾਲ ਇਸ ਫਾਰਮ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਮਦਦ ਕਰ ਰਹੇ ਹੋ? ਇਹ ਮੈਡਮ ਬੇਸਿਕਲੀ ਤਾਂ ਸਾਰਿਆਂ ਦਾ ਮਿਲ ਕੇ ਹੀ ਇੱਕ ਸਹਿਯੋਗ ਹੈ। ਵੈਸੇ ਮੇਰੀ ਜਿਹੜੀ ਬੇਸਿਕ ਡਿਊਟੀ ਹੈ ਉਹ ਹੈਗੀ ਲੇਬਰ ਮੈਨੇਜਮੈਂਟ ਤੇ ਪ੍ਰੋਡਕਸ਼ਨ ਕੰਟਰੋਲ ਤੇ ਕੁਆਲਿਟੀ ਕੰਟਰੋਲ ਦੀ। ਤੇ ਜਿਵੇਂ ਮੇਰੇ ਚਾਚਾ ਜੀ ਦੀ ਹੈ, ਉਹਨਾਂ ਦੀ ਮਾਰਕੀਟਿੰਗ ਮੈਨੇਜਮੈਂਟ ਦੀ ਹੈ, ਤੇ ਪਾਪਾ ਵੀਜ਼ ਨੂੰ ਸਟਪਾਉਣ ਨੂੰ ਜਿਹੜਾ ਡੀਲ ਕਰ ਰਹੇ ਆ। ਤੋ ਇਹ ਜਿਹੜੇ ਸਾਰੇ ਕੰਮ ਅਸੀਂ ਆਪਸ ਵਿੱਚ ਡਿਵਾਈਡ ਕੀਤੇ ਆ ਤਾਂ ਕਿ ਜਿਹੜਾ ਸਾਰਾ ਕੰਮ ਇੱਕ ਪਰਫੈਕਸ਼ਨ ਦੇ ਨਾਲ ਹੋ ਸਕੇ। ਸਵਾਲਾਂ ਦਾ ਸਿਲਸਿਲਾ ਜਿਹੜਾ ਆ ਉਹ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਤੁਹਾਡੇ ਤੱਕ ਜਿਹੜੀ ਇਹ ਕਹਾਣੀ ਆ, ਇਹਦੇ ਸਾਰੇ ਪੱਖ ਤੁਹਾਡੇ ਤੱਕ ਲੈ ਕੇ ਆਵਾਂਗੇ, ਲੇਕਿਨ ਇਹ ਕਹਾਣੀ ਅਧੂਰੀ ਰਹਿ ਜਾਏਗੀ ਜੇਕਰ ਜਿਹੜਾ ਮਸ਼ਰੂਮ ਬਣਾਉਣ ਦਾ ਪ੍ਰੋਸੈਸ ਹੈਗਾ ਉਹਨੂੰ ਤੁਹਾਡੇ ਤੱਕ ਨਾ ਲੈ ਕੇ ਆਈਏ, ਕਿਉਂਕਿ ਇਹ ਪ੍ਰੋਸੈਸ ਹੋਰਾਂ ਵਾਂਗੂ ਨਹੀਂ ਹੈ। ਇਹਦੇ ਵਿੱਚ ਕੁਝ ਬਹੁਤ ਡਿਫਰੈਂਟ ਚੀਜ਼ਾਂ ਵੀ ਨੇ, ਬਹੁਤ ਨਵੇਕਲੀਆਂ ਚੀਜ਼ਾਂ ਵੀ ਤੁਹਾਨੂੰ ਪਤਾ ਲੱਗਣਗੀਆਂ, ਤੇ ਜਿਹੜੇ ਫਾਰਮਿੰਗ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਵੀ ਇਹ ਬਹੁਤ ਇੰਟਰਸਟਿੰਗ ਫੈਕਟਸ ਲੱਗਣਗੇ। ਤੇ ਆਓ ਤੁਹਾਨੂੰ ਲੈ ਕੇ ਚਲਦੇ ਆ ਮਸ਼ਰੂਮ ਫਾਰਮ ਦੇ ਅੰਦਰ ਤੇ ਦੇਖਦੇ ਆ ਕਿ ਕਿਸ ਤਰੀਕੇ ਨਾਲ ਜਿਹੜੇ ਸਾਰੇ ਪ੍ਰੋਸੈਸ ਨੇ ਉਹ ਹੁੰਦੇ ਨੇ। ਮਸ਼ਰੂਮ ਦੀ ਪ੍ਰੋਸੈਸਿੰਗ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਇਸ ਵਕਤ ਅਸੀਂ ਮਸ਼ਰੂਮ ਫਾਰਮ ਦੇ ਅੰਦਰ ਆ। ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜਿਹੜੀ ਤੂੜੀ ਪਈ ਹੋਈ ਹੈਗੀ ਹੈ, ਇਸ ਤੋਂ ਇਲਾਵਾ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਇੱਥੇ ਦੇਖ ਰਹੇ ਹੋਵੋਗੇ। ਕਿਸ ਤਰੀਕੇ ਨਾਲ ਇਹਨਾਂ ਨੂੰ ਵਰਤਿਆ ਜਾਂਦਾ ਆ ਤੇ ਕਿਸ ਤਰੀਕੇ ਨਾਲ ਇਹਦੀ ਸਟੈਪ ਬਾਏ ਸਟੈਪ ਜਿਹੜੀ ਪ੍ਰੋਸੈਸਿੰਗ ਆ ਉਹ ਕੀਤੀ ਜਾਂਦੀ ਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਰਜਿੰਦਰ ਜੀ, ਜੇਕਰ ਗੱਲ ਕਰੀਏ ਇਹਦੀ ਪ੍ਰੋਸੈਸਿੰਗ ਦੀ, ਕਿਸ ਤਰੀਕੇ ਨਾਲ ਫਰਸਟ ਸਟੈਪ ਕੀ ਹੈਗਾ ਆ, ਸੈਕੰਡ ਸਟੈਪ ਕੀ ਹੈਗਾ, ਸਾਨੂੰ ਦਿਖਾਉਂਦੇ ਜਾਓ ਇੱਥੋਂ। ਮੈਡਮ, ਸਭ ਤੋਂ ਪਹਿਲਾਂ ਨਾ ਇੱਥੇ ਆ ਤੂੜੀ ਆ ਪਈਓ, ਇਹਦਾ ਤੂੜੀ ਦਾ ਇੱਕ ਚੌਰਸ ਬੈੱਡ ਬਣਾ ਲਿਆ ਜਾਂਦਾ। ਉਸ ਤੋਂ ਬਾਅਦ ਸਾਡੇ ਕੋਲ ਇੱਕ ਰੀਸਰਕੂਲੇਸ਼ਨ ਵਾਟਰਿੰਗ ਦਾ ਇੱਕ ਸਟੋਰ ਹੁੰਦਾ, ਜਦ ਕਿ ਪਾਣੀ ਜਿਹੜਾ ਅਸੀਂ ਇਹਦਾ ਵਿਅਰਥ ਨਹੀਂ ਜਾਣ ਦਿੰਦੇ, ਉਹ ਪਾਣੀ ਅਸੀਂ ਰੀਸਰਕੂਲੇਟ ਕਰਦੇ ਹਾਂ। ਇੱਧਰ ਨੂੰ ਪਾਣੀ ਦਿੰਦੇ ਆ, ਉਹ ਪਾਣੀ ਉੱਥੇ ਇਕੱਠਾ ਹੁੰਦਾ ਰਹਿੰਦਾ, ਮੁੜ ਕੇ ਉਹੀ ਵਾਟਰਿੰਗ ਇਹਦੇ ਵਿੱਚ ਫਿਰ ਵਰਤਦੇ ਆ ਤਾਂ ਕਿ ਪਾਣੀ ਦਾ ਜਿਹੜਾ ਇਹਦਾ ਨੁਕਸਾਨ ਨਾ ਕੀਤਾ ਜਾਵੇ ਔਰ ਪਾਣੀ ਨੂੰ ਵਹਾਇਆ ਨਾ ਜਾਵੇ, ਕਿਉਂਕਿ ਪਾਣੀ ਇੱਕ ਬਹੁਤ ਜ਼ਿਆਦਾ ਬੇਮੁੱਲੀ ਦਾਤ ਆ ਜਿਹੜੀ ਅੱਜ ਕੱਲ੍ਹ ਸਾਡੇ ਕੋਲ ਖੁੱਸਦੀ ਜਾ ਰਹੀ ਆ। ਉਹਦੀ ਸੰਭਾਲ ਵਾਸਤੇ ਇੱਕ ਇਹਦਾ ਬਹੁਤ ਪਲੱਸ ਪੁਆਇੰਟ ਆ, ਇਹਦੀ ਪਾਣੀ ਦੀ ਵਾਟਰਿੰਗ ਦੀ ਕੋਈ ਵੇਸਟਿੰਗ ਨਹੀਂ ਹੈਗੀ। ਉਹਨੂੰ ਮੁੜ ਕੇ ਉਹੀ ਪਾਣੀ ਨੂੰ ਅਸੀਂ ਯੂਜ਼ ਕਰਦੇ ਹਾਂ। ਔਰ ਇਹਦਾ ਇੱਕ ਸੁਭਾਅ ਵੀ ਹੁੰਦਾ ਕਿ ਇਹਦੇ ਵਿੱਚ ਇੱਕ ਤੂੜੀ ਦੇ ਵਿੱਚ ਇੱਕ ਸੈਲੂਲੋਜ਼ ਨਾਂ ਦਾ ਤੱਤ ਹੁੰਦਾ, ਜਿਹੜਾ ਉਹ ਵੇਸਟ ਨਹੀਂ ਕਰਨਾ ਹੁੰਦਾ, ਉਹ ਸਗੋਂ ਤੇ ਪਾਣੀ ਨੂੰ ਸੰਭਾਲ ਕੇ ਰੱਖਣਾ ਹੁੰਦਾ। ਉਹ ਜ਼ਰੂਰੀ ਹੋ ਜਾਂਦਾ ਤੇ ਉਹ ਪਾਣੀ ਨੂੰ ਵਹਿਣ ਨਾ ਦਿੱਤਾ ਜਾਵੇ। ਉਹ ਇੱਕ ਮਸ਼ਰੂਮ ਦੀ ਪੈਦਾ ਕਰਨ ਦਾ ਤੱਤ ਹੁੰਦਾ, ਸੈਲੂਲੋਜ਼ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਇਸ ਕਰਕੇ ਉਹਦੀ ਰੀਸਰਕੂਲੇਟ ਆਪਾਂ ਕਰਦੇ ਹਾਂ ਕਿ ਉਹ ਪਾਣੀ ਨੂੰ ਦੁਬਾਰਾ ਵਰਤ ਕਰਕੇ ਬੈੱਡ ਬਣਾ ਕੇ ਗਿੱਲਾ ਕਰ ਲਿਆ ਜਾਂਦਾ। ਫਿਰ ਇਹਦੇ ਵਿੱਚ ਆਪਾਂ ਮਿਕਸ ਕਰਦੇ ਹਾਂ, ਜਿੱਦਾਂ ਚਿਕਨ ਮਨੋਰ ਹੋਇਆ, ਇਹ ਫੁੱਲੀ ਆਰਗੈਨਿਕ ਸਿਸਟਮ ਦੇ ਨਾਲ ਹੀ ਕਰਦੇ ਹਾਂ। ਉਹਦੇ ਨਾਲ ਇੱਥੇ ਇਹਨੂੰ ਮਿਕਸਿੰਗ ਕਰਕੇ ਫਿਰ ਇਹਨੂੰ 2 ਦਿਨ ਵਾਸਤੇ ਇਹਦਾ ਇੱਕ ਢੇਰ ਬਣਾਇਆ ਜਾਂਦਾ। ਉਸ ਤੋਂ ਬਾਅਦ ਤੁਸੀਂ ਜਿਵੇਂ ਦੇਖ ਰਹੇ ਹੋ, ਇਹ ਬੰਕਰ ਆ ਜਾਂਦੇ ਆ। ਫਿਰ ਇਹ ਬੰਕਰਾਂ ਨੂੰ ਆਪਾਂ ਭਰ ਦਿੰਦੇ ਆ JCB ਮਸ਼ੀਨ ਦੇ ਨਾਲ। ਇਹ ਭਰਨ ਦੇ ਨਾਲ ਇੱਥੇ ਸਾਡੇ ਮਾਈਕਰੋਜ਼ ਬੈਕਟੀਰੀਆ ਜਿਹੜੇ ਤਿਆਰ ਹੁੰਦੇ ਆ, ਉਹ ਇੱਕ ਨਿਸ਼ਚਿਤ ਤਾਪਮਾਨ ਹੁੰਦਾ, ਜਿਸ ਤਾਪਮਾਨ ਦੇ ਵਿੱਚ ਇਹ ਤਿਆਰ ਹੁੰਦੇ ਆ, ਉਹ ਸਾਡੇ ਕੋਲ ਸੈਂਸਰ ਲੱਗੇ ਆ,
ਉਹ ਸੈਂਸਰ ਦੇ ਨਾਲ ਉਹ ਬਲੋਅਰ ਆਪਣੇ ਆਪ ਉਹ ਜਦੋਂ ਉਹਦਾ ਟੈਂਪਰੇਚਰ ਰਾਈਜ਼ ਹੋ ਜਾਂਦਾ ਤੇ ਉਹਨੂੰ ਆਕਸੀਜਨ ਪ੍ਰੋਵਾਈਡ ਕਰਵਾ ਦਿੰਦੇ ਆ। ਇਕੱਲਾ ਇੱਕ ਟੈਂਪਰੇਚਰ ਮੇਨਟੇਨ ਨਹੀਂ ਹੁੰਦਾ, ਇਹਨੂੰ ਆਕਸੀਜਨ ਵੀ ਦਿੱਤੀ ਜਾਂਦੀ ਹੈ, ਕਿਉਂਕਿ ਕੋਈ ਵੀ ਬੈਕਟੀਰੀਆ ਜਦੋਂ ਤਿਆਰ ਹੁੰਦੇ ਉਹਨੂੰ ਆਕਸੀਜਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਔਰ ਆਕਸੀਜਨ ਜਿੰਨੀ ਮਾਤਰਾ ਵਿੱਚ ਚਾਹੀਦੀ ਉਨੀ ਹੀ ਦਿੱਤੀ ਜਾਂਦੀ ਹੈ ਕਿ ਉਹਨਾਂ ਦੀ ਆਕਸੀਜਨ ਵਧ ਵੀ ਨਾ ਜਾਵੇ ਤੇ ਉਹਨਾਂ ਦੀ ਆਕਸੀਜਨ ਘਟ ਵੀ ਨਾ ਜਾਵੇ। ਉਹਨਾਂ ਦੀ ਕਾਊਂਟਿੰਗ ਜਿਹੜੀ ਆ ਵੱਧ ਤੋਂ ਵੱਧ ਆਪਾਂ ਇੱਥੇ ਤਿਆਰ ਕਰਦੇ ਹਾਂ ਕਿ ਉਹੀ ਮਸ਼ਰੂਮ ਦਾ ਗਾਂਹ ਜਾ ਕੇ ਪ੍ਰੋਟੀਨ ਪੈਦਾ ਹੋਣਾ, ਉਹਦੇ ਵਿੱਚ ਹੀ ਮਸ਼ਰੂਮ ਗਰੋ ਹੋਣੀ ਹੈ ਜੀ। ਅਸੀਂ ਅੱਗੇ ਦਾ ਪ੍ਰੋਸੈਸ ਵੀ ਦੇਖਦੇ ਹਾਂ ਰਜਿੰਦਰ ਜੀ, ਲੇਕਿਨ ਨਾਲ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਆਇਆ ਕਿ ਇਹ ਜਿਹੜੀਆਂ ਚੀਜ਼ਾਂ ਦੀ ਪ੍ਰੋਸੈਸਿੰਗ ਆ ਕਿਸ ਤਰੀਕੇ ਨਾਲ, ਕਿਹੜੇ ਸਟੈਪ ਬਾਏ ਸਟੈਪ, ਜਿਸ ਤੱਕ ਤੁਸੀਂ ਨੌਲੇਜ ਗੇਨ ਕਰ ਰਹੇ ਸੀਗੇ, ਕਿਸ ਤਰੀਕੇ ਨਾਲ ਇਹ ਨੌਲੇਜ ਪ੍ਰਾਪਤ ਹੋਈ, ਕਿੰਨੇ ਕੁ ਲੋਕਾਂ ਦੇ ਕੋਲ ਗਏ, ਕਿੰਨੇ ਦੱਸਿਆ ਕਿ ਇਸ ਤਰੀਕੇ ਨਾਲ ਤੂੜੀ ਦੇ ਨਾਲ ਇਹ ਕੰਮ ਕੀਤਾ ਜਾ ਸਕਦਾ ਹੈਗਾ? ਕਿਉਂਕਿ ਆਪਾਂ ਬਹੁਤ ਥਾਵਾਂ ਤੇ ਦੇਖਦੇ ਹਾਂ ਜਿਹੜੀ ਚੀਜ਼ਾਂ ਅਜਿਹੀਆਂ ਵੇਸਟੇਜ ਹੈਗੀਆਂ ਖਾਦਾਂ ਉਹਦੇ ਵਾਸਤੇ ਫਸਲ ਦੀ, ਉਹ ਲੋਕ ਸਾੜਦੇ ਵੀ ਨੇ, ਅੱਗਾਂ ਵੀ ਲਾਈਆਂ ਜਾਂਦੀਆਂ, ਪੋਲਿਊਸ਼ਨ ਵੀ ਹੁੰਦਾ ਹੈਗਾ ਆ। ਤੁਸੀਂ ਕਿੱਥੋਂ ਇਹਦਾ ਸਾਰਾ ਪ੍ਰੋਸੈਸ ਸਮਝਿਆ ਕਿ ਆਰਗੈਨਿਕ ਵੀ ਰਵੇ ਤੇ ਜਿਹੜੀ ਵੱਧ ਤੋਂ ਵੱਧ ਵੇਸਟ ਮਟੀਰੀਅਲ ਦੂਜੀਆਂ ਫਸਲਾਂ ਦਾ ਆ ਉਹਨੂੰ ਵਰਤਿਆ ਜਾ ਸਕੇ? ਦੇਖੋ ਮੈਡਮ, ਮਸ਼ਰੂਮ ਇੱਕ ਇਹੋ ਜਿਹੀ ਚੀਜ਼ ਆ, ਐਗਰੀਕਲਚਰ ਵੇਸਟ ਤੋਂ ਹੀ ਆਪਾਂ ਇਹਦਾ ਮਟੀਰੀਅਲ ਲੈਂਦੇ ਆ, ਮੁੜ ਕੇ ਐਗਰੀਕਲਚਰ ਦੇ ਵਿੱਚ ਹੀ ਇਹਨੂੰ ਯੂਜ਼ ਕਰਦੇ ਆ। ਅਸੀਂ ਇਹ ਦੇਖਿਆ ਵੀ ਬਹੁਤ ਸਾਰਾ ਜਿਹੜਾ ਸਾਡਾ ਇਹ ਮਟੀਰੀਅਲ ਆ ਜਿਹੜਾ ਅੱਗ ਲੱਗ ਕੇ ਹਵਾ ਦੇ ਵਿੱਚ ਧੂਆਂ ਬਣ ਰਿਹਾ, ਇੱਕ ਤਾਂ ਅਸੀਂ ਇਹਨੂੰ ਬਚਾਈਏ, ਔਰ ਇਹ ਇੱਕ ਬੜਾ ਵੱਡਾ ਪਲੱਸ ਪੁਆਇੰਟ ਸੀਗਾ ਵੀ ਇਹਦਾ ਜਿਹੜਾ ਜਦੋਂ ਕਣਕ ਤੋਂ ਅਸੀਂ ਕਟਾਈ ਕਰ ਲੈਂਦੇ ਆ, ਉਹਦਾ ਜਿਹੜਾ ਬਚਿਆ ਖੁਚਿਆ ਨਾੜ ਆ ਉਹਨੂੰ ਜਿਹੜੀ ਅੱਗ ਲਗਾਉਂਦੇ ਆ, ਇਹਨੂੰ ਅਸੀਂ ਉਸ ਨਾੜ ਨੂੰ ਇਕੱਠਾ ਕਰਕੇ ਉਹਨੂੰ ਬੇਸ ਮਟੀਰੀਅਲ ਬਣਾ ਕੇ ਉਹਨੂੰ ਗਿੱਲਾ ਕਰਕੇ ਉੱਤੇ ਕੰਪੋਸਟ ਰੈਡੀ ਕਰਦੇ ਆ। ਦੂਸਰੀ ਗੱਲ ਇਹ ਆ ਵੀ ਇਹ ਜਿਹੜੀ ਸਾਡੇ ਕੋਲ ਕੰਪੋਸਟ ਰੈਡੀ ਹੁੰਦੀ ਆ ਇਹ ਫੁੱਲੀ ਆਰਗੈਨਿਕ ਹੁੰਦੀ ਆ। ਇੱਕ ਤੇ ਅਸੀਂ ਉਹਨੂੰ ਅੱਗ ਲਾਉਣ ਤੋਂ ਬਚਾ ਲਿਆ, ਇੱਕ ਉਹਨੂੰ ਅਸੀਂ ਜਦੋਂ ਮਸ਼ਰੂਮ ਲਈ ਤਿਆਰ ਕਰ ਲਿਆ, ਜਦੋਂ ਅਸੀਂ ਉਹ ਤੋਂ ਮਸ਼ਰੂਮ ਲੈ ਲਈ ਫਿਰ ਉਹਨੂੰ ਫਰਟੀਲਾਈਜ਼ਰ ਦੇ ਤੌਰ ਤੇ ਮੁੜ ਕੇ ਫਿਰ ਖੇਤਾਂ ਵਿੱਚ ਪਾ ਦਿੱਤਾ। ਉਹਦੇ ਨਾਲ ਸਾਡੀਆਂ ਜਿਹੜੀਆਂ ਰਸਾਇਣਿਕ ਖਾਦਾਂ, ਜਿਹੜੀ ਜ਼ਮੀਨ ਦੀ ਜਿਹੜੀ ਸਿਹਤ ਆ ਦਿਨੋਂ ਦਿਨ ਵਿਗੜ ਰਹੀ ਆ, ਇੱਕ ਤਾਂ ਅਸੀਂ ਉਹਨਾਂ ਤੋਂ ਬਚ ਗਏ, ਔਰ ਰਸਾਇਣਿਕ ਖਾਦਾਂ ਦੀ ਸਾਨੂੰ ਬਹੁਤ ਘੱਟ ਮਾਤਰਾ ਵਿੱਚ ਲੋੜ ਪੈਂਦੀ ਆ। ਦੂਸਰੀ ਗੱਲ, ਇਹਦੇ ਵਿੱਚ ਨਦੀਨ ਕੋਈ ਨਹੀਂ ਹੁੰਦਾ। ਜਦੋਂ ਅਸੀਂ ਫਰਜ਼ ਕੀਤਾ ਰੂੜੀ ਪਾਉਂਦੇ ਆ, ਜਿਹੜੇ ਪਸ਼ੂ ਕੋਈ ਕਿਸੇ ਕਿਸਮ ਦਾ ਨਦੀਨ ਖਾਂਦੇ ਆ ਉਹਨਾਂ ਦੀ ਉਹ ਖਾਦਾਂ ਦੇ ਵਿੱਚ ਨਦੀਨ ਛੁਪਿਆ ਰਹਿੰਦਾ, ਔਰ ਜਦੋਂ ਖੇਤਾਂ ਵਿੱਚ ਜਾਂਦਾ ਤੇ ਉਹ ਨਦੀਨ ਖੇਤਾਂ ਵਿੱਚ ਮੁੜ ਕੇ ਉੱਗ ਪੈਂਦਾ। ਇਹਦੇ ਵਿੱਚ ਇਹ ਵੀ ਇੱਕ ਵੱਡੀ ਗੱਲ ਹੈ ਵੀ ਜਦੋਂ ਨਦੀਨ ਘੱਟ ਹੋਣਗੇ ਤਾਂ ਨਦੀਨਾਂ ਦੀਆਂ ਦਵਾਈਆਂ ਘੱਟ ਹੀ ਵਰਤਾਂਗੇ, ਇਹ ਵੀ ਇੱਕ ਵੱਡੀ ਪਲੱਸ ਪੁਆਇੰਟ ਹੈ। ਤਾਂ ਇਹਦੇ ਦੋ ਚੀਜ਼ਾਂ ਅਸੀਂ ਇਹਦੇ ਨਾਲ ਮੇਨਟੇਨ ਕਰ ਲਈਆਂ, ਇੱਕ ਤਾਂ ਆਪਣਾ ਜਿਹੜਾ ਨਾੜ ਆ ਤੂੜੀ ਤੇ ਕਣਕ ਦਾ ਉਹ ਅਸੀਂ ਜਲਣ ਤੋਂ ਬਚਾ ਲਿਆ, ਦੂਜਾ ਜਿਹੜਾ ਉਦੋਂ ਤੋਂ ਮਸ਼ਰੂਮ ਲੈ ਲਈ ਤਾਂ ਉਹਨੂੰ ਅਸੀਂ ਮੁੜ ਕੇ ਖੇਤਾਂ ਵਿੱਚ ਫਰਟੀਲਾਈਜ਼ਰ ਦੇ ਤੌਰ ਤੇ ਪ੍ਰਯੋਗ ਕਰ ਲਿਆ, ਜਿਹਦੇ ਨਾਲ ਸਾਡੀ ਕਰੌਪ ਜਿਹੜੀ ਉਹ ਆਰਗੈਨਿਕ, ਦੋਨੇ ਚੀਜ਼ਾਂ ਆਰਗੈਨਿਕ ਹੋ ਗਈਆਂ, ਸਾਡੀ ਖੇਤਾਂ ਦੀ ਕਰੌਪ ਵੀ ਤੇ ਮਸ਼ਰੂਮ ਵੀ। ਨਾਲ ਦੇ ਨਾਲ ਜਿਹੜਾ ਨੌਜਵਾਨ ਪੀੜ੍ਹੀ ਦਾ ਇੱਕ ਨਜ਼ਰੀਆ ਹੁੰਦਾ ਆ ਉਹ ਵੀ ਨਾਲ ਦੇ ਨਾਲ ਜਾਣਨਾ ਜਿਹੜਾ ਆ ਬਹੁਤ ਜ਼ਰੂਰੀ ਹੁੰਦਾ ਆ। ਹਰਮਨ, ਜੇਕਰ ਗੱਲ ਕਰੀਏ ਕਿ ਮੰਡੀ 'ਚ ਜਾਂਦੇ ਹੋ, ਮੰਡੀ ਦਾ ਤਜਰਬਾ ਵੀ ਹੈਗਾ ਆ, ਕਿਹੋ ਜਿਹਾ ਰਵੱਈਆ ਰਹਿੰਦਾ ਉੱਥੇ ਲੋਕਾਂ ਦਾ ਤੇ ਤਜਰਬਾ ਕਿਹੋ ਜਿਹਾ ਰਹਿੰਦਾ ਆ ਤੁਹਾਡਾ ਜਿਸ ਵਕਤ ਜਾ ਕੇ ਉੱਥੇ ਮਸ਼ਰੂਮ ਆੜ੍ਹਤੀਆਂ ਕੋਲ ਵੀ ਜਾਂਦੇ ਹੋਵੋਗੇ, ਵਿਕਰੀ ਕਰਨ ਜਾਂਦੇ ਹੋ? ਮੈਡਮ ਦੇਖੋ, ਜਦੋਂ ਮਾਰਕੀਟ 'ਚ ਜਾਂਦੇ ਆ ਤੇ ਉੱਥੇ ਵੱਖ-ਵੱਖ ਕਿਸਮ ਦੇ ਲੋਕ ਮਿਲਦੇ ਆ, ਤੇ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਕਿੱਸਾ ਦੱਸਦਾ ਵੀ ਮੈਂ 15 ਕੁ ਦਿਨ ਪਹਿਲੇ ਜਲੰਧਰ ਮਾਰਕੀਟ ਦੇ ਵਿੱਚ ਗਿਆ ਤੇ ਉੱਥੇ ਇੱਕ ਬਜ਼ੁਰਗ ਸੀ ਜੋ ਕਿ ਉਹ ਛੋਟੀ ਜਿਹੀ ਫੜੀ ਲਾਉਂਦੇ ਸੀ, ਮੇਰੇ ਪੁਰਾਣੇ ਵਾਕਫ ਸੀ, ਤਾਂ ਮੈਨੂੰ ਕਹਿੰਦੇ ਕਾਕਾ ਵੀ ਮੇਰੀ ਉਮਰ ਤਾਂ ਜ਼ਿਆਦਾ ਪਰ ਨਿਗਾਹ ਵੀ ਥੋੜੀ ਕਮਜ਼ੋਰ ਆ, ਮੜ ਜਾ ਦੇਖ ਕੇ ਦੱਸਦਾ ਵੀ ਕਿੰਨੇ ਕੁ ਪੰਜਾਬੀ ਨੌਜਵਾਨ ਸਬਜ਼ੀ ਵੇਚ ਰਹੇ ਆ। ਤੇ ਮੈਂ ਕਿਹਾ ਜੀ 1000 2 ਕੁ ਜਾਣੇ ਹੈਗੇ ਆ, ਤੇ ਉਹ ਮੈਨੂੰ ਉਹਨੇ ਬੜਾ ਕਿਹਾ ਵੀ ਕਹਿੰਦੇ ਦੇਖ ਲਓ ਵੀ ਸਾਡੀ ਅੱਜ ਕੱਲ੍ਹ ਦੀ ਪੰਜਾਬੀ ਜਿਹੜੇ ਨੌਜਵਾਨ ਆ ਉਹ ਬਾਹਰ ਜਾ ਕੇ ਤਾਂ ਇਹ ਕੰਮ ਕਰ ਰਹੇ ਆ ਪਰ ਸਾਡੇ ਇੱਥੇ ਨਹੀਂ ਕੰਮ ਕਰ ਰਹੇ। ਸੋ ਇਸ ਤਰ੍ਹਾਂ ਦੀ ਬਹੁਤ ਮੋਟੀਵੇਸ਼ਨਲ ਚੀਜ਼ਾਂ ਜਿਹੜੀਆਂ ਮਾਰਕੀਟ 'ਚ ਜਾ ਕੇ ਸਿੱਖਣ ਨੂੰ ਮਿਲਦੀਆਂ। ਦੂਜਾ, ਸਾਨੂੰ ਆਪਣੇ ਪ੍ਰੋਡਕਟ ਬਾਰੇ ਪਤਾ ਲੱਗਦਾ ਵੀ ਸਾਡਾ ਪ੍ਰੋਡਕਟ ਕਿੱਥੇ ਐਕਸਟੈਂਡ ਕਰਦਾ ਹੈ, ਜਾਂ ਜੇਕਰ ਕਿਸੇ ਹੋਰ ਫਾਰਮ ਦਾ ਮਾਲ ਸਾਡੇ ਨਾਲੋਂ ਜ਼ਿਆਦਾ ਰੇਟ 'ਤੇ ਵਿਕਦਾ ਤੇ ਉਸ ਦੀ ਕੀ ਕਾਰਨ ਆ, ਤੇ ਅਸੀਂ ਆਪਣੀ ਤਾਂ ਕਿ ਕੁਆਲਿਟੀ ਨੂੰ ਮੇਨਟੇਨ ਕਰ ਸਕੀਏ। ਤਾਂ ਇਸੇ ਦੀ ਬਦੌਲਤ ਹੀ ਅੱਜ ਕੱਲ੍ਹ ਬੁੱਢੀ ਪਿੰਡ ਦਾ ਜਿਹੜੀ ਮਸ਼ਰੂਮ ਆ ਬਾਕੀ ਨਾਲੋਂ 15 ਤੋਂ 20 ਰੁਪਏ ਕੇਜੀ ਅੱਪ ਵਿਕਦੀ ਹੈ। ਕੀ ਬਾਤ ਹੈ। ਅਕਸਰ ਅਸੀਂ ਸੁਣਦੇ ਹਾਂ ਕਿ ਜਿੱਥੇ ਮਸ਼ਰੂਮ ਦੀ ਫਾਰਮਿੰਗ ਹੋ ਰਹੀ ਹੁੰਦੀ ਹੈ, ਮਸ਼ਰੂਮ ਦੀ ਫਾਰਮਿੰਗ ਤਾਂ ਇੱਕ ਫਾਰਮ ਦੇ ਵਿੱਚ ਹੋ ਰਹੀ ਹੁੰਦੀ ਹੈ, ਲੇਕਿਨ ਜਿਹੜੇ ਬੀਜ ਨੇ ਬਾਹਰੋਂ ਮੰਗਾਏ ਜਾਂਦੇ ਨੇ। ਇਸ ਫਾਰਮ ਦੀ ਖਾਸੀਅਤ ਇੱਕ ਇਹ ਵੀ ਹੈ ਕਿ ਜਿਹੜੇ ਬੀਜ ਨੇ ਉਹ ਆਪਣੇ ਬੀਜ ਬਣਾਏ ਜਾਂਦੇ ਨੇ, ਆਪਣੀ ਲੈਬ ਹੈਗੀ ਹੈ। ਇਸ ਲੈਬ ਦੀ ਖਾਸੀਅਤ ਬਾਰੇ ਵੀ ਗੱਲਬਾਤ ਕਰਾਂਗੇ ਤੇ ਕਿੰਨੇ ਕੁ ਪ੍ਰੀਕਾਸ਼ਨਰੀ ਮੈਜਰਸ ਇਹਦੇ ਵਾਸਤੇ ਲੈਣੇ ਪੈਂਦੇ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਰਜਿੰਦਰ ਜੀ, ਜਿਸ ਵਕਤ ਇਹਨਾਂ ਦੀ ਗੱਲ ਕਰਦੇ ਹਾਂ ਆਪਾਂ, ਕਿਸ ਕੁਆਲਿਟੀ ਤੱਕ ਦੇ ਜਿਹੜੇ ਬੀਜ ਨੇ ਉਹ ਬਣਾਏ ਜਾ ਸਕਦੇ ਨੇ ਤੇ ਕਿੱਥੋਂ ਤੁਸੀਂ ਇਹਦੀ ਚੀਜ਼ਾਂ ਨੂੰ ਇੰਪੋਰਟ ਕਰਵਾਉਂਦੇ ਹੋ? ਮੈਡਮ, ਇਹਦਾ ਕਲਚਰ ਅਸੀਂ ਬਾਹਰੋਂ ਵਿਦੇਸ਼ਾਂ 'ਚੋਂ ਲੈਂਦੇ ਹਾਂ, ਕਿਉਂਕਿ ਇਹਦਾ ਟਿਸ਼ੂ ਕਲਚਰ
ਆਪਣੇ ਕੋਲ ਵੀ ਹੋ ਜਾਂਦਾ, ਪਰ ਸਾਡੇ ਕੋਲ ਉਨੇ ਸਾਧਨ ਪ੍ਰੋਵਾਈਡ ਨਹੀਂ ਹੈਗੇ ਜਿੰਨੇ ਵਿਦੇਸ਼ਾਂ ਕੋਲ। ਉਹ ਇੱਕ ਮਸ਼ਰੂਮ ਦੀ ਜਿਹੜੀ ਦਾ ਟਿਸ਼ੂ ਕਲਚਰ ਕੀਤਾ ਜਾਂਦਾ, ਉਹ ਜਿਹੋ ਜਿਹੀ ਮਸ਼ਰੂਮ ਦਾ ਟਿਸ਼ੂ ਹੋ ਗਿਆ ਉਹੋ ਜਿਹੀ ਉਹਦੇ ਯਾਨੀ ਕਿ ਗਾਂ ਜਿਹੜੀ ਜਨਰੇਸ਼ਨ ਪੈਦਾ ਹੁੰਦੀ ਹੈ। ਉਹ ਇੱਕ ਮਸ਼ਰੂਮ ਨੂੰ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਦਾ ਜੋ ਸਾਧਨ ਉਹਨਾਂ ਕੋਲ ਆ, ਉਹ ਸਾਡੇ ਕੋਲ ਹਲੇ ਅਵੇਲੇਬਲ ਨਹੀਂ ਹੈਗੇ। ਅਤੇ ਇਸੇ ਇੱਕ ਚੀਜ਼ ਦੀ ਬਦੌਲਤ ਅਸੀਂ ਉਹਨਾਂ ਤੋਂ ਜਿਹੜਾ ਸਾਡੇ ਕੋਲ ਆਉਂਦੀ ਹੈ ਉੱਥੋਂ ਪੈਂਟੀ ਡਿਸ਼ ਆਉਂਦੀ ਆ, ਅਸੀਂ ਫਿਰ ਆਪਣੀ ਲੈਬ ਦੇ ਵਿੱਚ ਲਿਆ ਕੇ ਉਹਨੂੰ ਜਿਹੜਾ ਕਲਚਰ ਆਉਂਦਾ ਉਹਨੂੰ ਅਸੀਂ ਮੀਡੀਆ ਡਿਵੈਲਪ ਕਰ ਲੈਂਦੇ ਹਾਂ। ਉਸ ਤੋਂ ਬਾਅਦ ਅਸੀਂ ਉਹਨੂੰ ਪੀਪੀ ਬੈਗਸ ਦੇ ਹੁੰਦਾ ਇੱਕ, ਜਿਵੇਂ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਗ੍ਰੇਨਸ ਨੂੰ ਅਸੀਂ ਉਬਾਲ ਕੇ ਦਾਣੇ ਉਹਨਾਂ ਨੂੰ ਕਿਲਿੰਗ ਕਰਕੇ ਪਾਸਚਰਾਈਜੇਸ਼ਨ ਕਰਕੇ ਤੇ ਇਹ ਫਿਰ ਇਹਦੇ ਵਿੱਚ ਬੈਟ ਜਿਹੜੇ ਆ ਅਸੀਂ ਉਹਦੇ ਵਿੱਚ ਛੱਡ ਦਿੱਤੇ ਜਾਂਦੇ ਆ, ਜਿਹਨੂੰ ਅਸੀਂ ਮਦਰ ਸਪਾਉਨ ਮਾਸਟਰ ਸਪਾਉਨ ਕਹਿੰਦੇ। ਮਾਸਟਰ ਸਪਾਉਨ ਤੋਂ ਫਿਰ ਮਦਰ ਸਪਾਉਨ ਤੋਂ ਹੀ ਅਗਲੀ ਸਟੇਜ 'ਤੇ ਅਸੀਂ ਨਹੀਂ ਜਾਈਦਾ। ਉਹਦੇ ਲਈ ਕਮਰਸ਼ੀਅਲ ਬੀਜ ਫਿਰ ਅਸੀਂ ਉਹ ਰੈਡੀ ਜਿਹੜਾ ਹੋ ਜਾਂਦਾ। ਜਦੋਂ ਇਹਦਾ ਇਹ ਬੈਟ ਜਿਹੜਾ ਲੈ ਕੇ ਅਸੀਂ ਛੱਡਦੇ ਹਾਂ ਗ੍ਰੇਨਸ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਪੂਰੀ ਤਰ੍ਹਾਂ ਸਟੈਰਲਾਈਜ਼ ਕਰਕੇ, ਔਰ ਇੱਕ ਪੀਪੀਜ਼ ਬੈਗ ਹੁੰਦਾ ਜਿਹੜਾ 126 ਡਿਗਰੀ 'ਤੇ ਵੀ ਖਰਾਬ ਨਹੀਂ ਹੁੰਦਾ। ਇੱਕ ਉਹਦੇ ਉੱਤੇ ਕਾਟਨ ਪਲੱਗ ਹੁੰਦਾ ਜਿਹੜਾ 에ਅਰ ਟਾਈਟ ਹੁੰਦਾ, ਇੱਕ ਰਿੰਗ ਹੁੰਦਾ ਉਹਦੇ ਉੱਪਰ ਜਿਹੜਾ ਇਹਨੂੰ ਇੱਕ ਬੋਤਲ ਦਾ ਮੂੰਹ ਬਣਾਇਆ ਜਾਂਦਾ। ਫਿਰ ਉਹਨੂੰ ਅਸੀਂ ਲੈਮੀਨਰ ਰੂਮ ਦੇ ਵਿੱਚ ਲੈ ਜਾਂਦੇ ਹਾਂ। ਉੱਥੇ ਇੱਕ ਸਪਿਰਿਟ ਲੈਂਪ ਦੇ ਮੂਹਰੇ, ਫਲੇਮ ਦੇ ਮੂਹਰੇ ਇਹਦਾ ਪਲੱਗ ਖੋਲ੍ਹਦੇ ਆ ਕਿ ਕਿਸੇ ਕਿਸਮ ਦੀ ਇਨਫੈਕਸ਼ਨ ਇਹਦੇ ਵਿੱਚ ਇੰਟਰ ਨਾ ਕਰ ਜਾਵੇ। ਉਹ ਬੜਾ ਇੱਕ ਬਹੁਤ ਟੈਕਨੀਕ ਹੁੰਦੀ ਆ ਉਹ, ਵੀ ਇੰਨੀ ਹੁਸ਼ਿਆਰੀ ਨਾਲ ਉਹਨੂੰ ਖੋਲ੍ਹਣਾ ਕਿ ਉਹ ਫਲੇਮ ਤੋਂ ਇੱਧਰ ਉੱਧਰ ਨਾ ਹੋਵੇ। ਔਰ ਜਿੰਨਾ ਤੁਸੀਂ ਜ਼ਿਆਦਾ ਹਾਈਜੀਨਸ ਬੀਜ ਪੈਦਾ ਕਰੋਗੇ ਉਨੀ ਉਹਦੀ ਅੱਛੀ ਕੁਆਲਿਟੀ ਅਤੇ ਅੱਛਾ ਉਹਦਾ ਜਿਹੜਾ ਉਹ ਝਾੜ ਸਾਨੂੰ ਪ੍ਰਾਪਤ ਹੋਏਗਾ। ਮੈਂ ਪਿੱਛੇ ਇੱਕ ਲੈਬ ਦੇਖ ਰਹੀ ਹਾਂ, ਕਿ ਇਹ ਉਹੀ ਲੈਬ ਹੈ ਜਿੱਥੇ ਸਾਰਾ ਪ੍ਰੋਸੈਸ ਜਿਹੜਾ ਤੁਸੀਂ ਦੱਸ ਰਹੇ ਹੋ ਸੀ ਬੀਜ ਦਾ, ਇਹ ਹੁੰਦਾ ਆ? ਮੈਡਮ ਇਹ ਜਿਹੜੇ ਇਹਨਾਂ ਦਾ ਟਿਸ਼ੂ ਕਲਚਰ ਇਹਨਾਂ ਦਾ ਮਲਟੀਪਲਾਈਜ਼ ਹੋਣਾ ਇੰਨੇ ਸਵੇਰੇ, ਇਹਨੂੰ 8-9 ਘੰਟੇ ਵਾਸਤੇ ਇਹਨੂੰ ਕਮਰੇ ਨੂੰ ਪੂਰਾ ਫੈਬਰੀਕੇਟ ਕੀਤਾ ਜਾਂਦਾ ਕਿ ਕਿਸੇ ਕਿਸਮ ਦੀ ਕੋਈ ਇਨਫੈਕਸ਼ਨ ਹੋਵੇ ਤਾਂ ਉਹ ਖਤਮ ਹੋ ਜਾਵੇ। ਕੱਲ੍ਹ ਸਵੇਰੇ ਅਸੀਂ ਇਹਨੂੰ ਮਲਟੀਪਲਾਈ ਕਰਾਂਗੇ ਅਤੇ ਇਹ ਜਿਹੜੇ ਗ੍ਰੇਨਸ ਆ ਇਹ ਉੱਧਰੋਂ ਸਟੈਰਲਾਈਜੇਸ਼ਨ ਹੋ ਕੇ ਆਇਓ ਆ। ਇੱਥੇ ਪਲੱਗਸ ਇਸ ਮਸ਼ੀਨ ਦੇ ਵਿੱਚ ਆਪਾਂ ਇਹਨੂੰ ਵਾਦੇ ਸਪਿਰਿਟ ਲੈਂਪ ਦੀ ਫਲੇਮ ਦੇ ਮੂਹਰੇ ਖੋਲਾਂਗੇ ਔਰ ਇੱਥੇ ਇਹਨੂੰ ਮਲਟੀਪਲਾਈ ਕਰਾਂਗੇ। 8-9 ਘੰਟੇ ਦੀ ਅਸੀਂ ਇਹਨੂੰ ਫੈਬਰੀਕੇਟ ਕਰਦੇ ਹਾਂ। ਫਿਰ ਇਹ 'ਤੇ ਯੂਵੀ ਲਾਈਟ ਦੀਆਂ ਕਿਰਨਾਂ 20 ਮਿੰਟ ਵਾਸਤੇ ਪਾਉਂਦੇ ਹਾਂ ਕਿ ਇਹਦਾ ਕੋਈ ਬਾਹਰ ਬੈਕਟੀਰੀਆ ਤਾਂ ਉਹ ਵੀ ਖਤਮ ਹੋ ਜਾਵੇ। ਹਾਂਜੀ, ਫਿਰ ਉਹ ਜਦੋਂ ਇਹ ਪੂਰਾ ਸਾਡਾ ਪ੍ਰੋਸੈਸ ਤਿਆਰ ਹੋ ਜਾਊਗਾ, ਫਿਰ ਅਸੀਂ ਆਪਣੇ ਆਪ ਨੂੰ ਇੱਕ ਕਵਰ ਕਰਕੇ, ਜਿਵੇਂ ਪੀਪੀ ਕਿਟਸ ਵਗੈਰਾ ਹੁੰਦੀ ਇਸ ਤਰ੍ਹਾਂ ਪਾ ਕੇ, ਫਿਰ ਉਹ ਸਾਡੇ ਕੋਲ ਸਪਿਲਟ ਵਗੈਰਾ ਜਿਹੜੇ ਸਾਡੇ ਹੱਥ ਨੰਗੇ ਰਹਿ ਜਾਂਦੇ ਜਿੱਥੇ ਅਸੀਂ ਕੰਮ ਕਰਨਾ ਹੁੰਦਾ ਉਹਨਾਂ ਨੂੰ ਲਗਾ ਕੇ, ਫਿਰ ਇਸ ਮਸ਼ੀਨ ਦੇ ਵਿੱਚ ਅਸੀਂ ਇਹਨੂੰ ਮਲਟੀਪਲਾਈ ਕਰਾਂਗੇ ਕਿ ਇਨਫੈਕਸ਼ਨ ਨਾ ਆਵੇ ਔਰ ਹਾਈਜੀਨਸ ਵਧੇ। ਜਿੰਨੀ ਜ਼ਿਆਦਾ ਹਾਈਜੀਨਸ ਹੋਊਗੀ ਉਨੀ ਹੀ ਜ਼ਿਆਦਾ ਜਿਹੜੀ ਆ ਕੁਆਲਿਟੀ ਅਤੇ ਯੀਲਡ ਜਿਹੜੀ ਉਹ ਅੱਛੀ ਆਏਗੀ। ਜੀ, ਅਸੀਂ ਨਾ ਅਕਸਰ ਸੁਣਦੇ ਹਾਂ ਜਿਹੜੀ ਇਹ ਸਪੌਨ ਲੈਬਸ ਹੈਗੀਆਂ ਆ, ਇਹ ਪੰਜਾਬ 'ਚ ਖੁੱਲ੍ਹਦੀਆਂ ਤਾਂ ਆ ਲੇਕਿਨ ਬਹੁਤ ਜਲਦੀ ਬੰਦ ਹੋ ਜਾਂਦੀਆਂ ਨੇ। ਕੀ ਕਾਰਨ ਇਹਦਾ ਮੰਨਦੇ ਹੋ ਕਿ ਛੇਤੀ ਇੰਨੀਆਂ ਲੈਬਸ ਬੰਦ ਹੋ ਜਾਣ ਦਾ, ਅਤੇ ਲੋਕ ਕਿਉਂ ਨਹੀਂ ਉਹਨਾਂ ਨੂੰ ਸਾਂਭ ਪਾਉਂਦੇ? ਮੈਡਮ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਆਉਂਦੀ। ਅਗਰ ਇੱਕ ਅਸੀਂ ਲੋਟ 200 ਕਿਲੋ ਦਾ ਅੰਦਰ ਗਿਆ ਅਤੇ ਉਹ ਤੋਂ ਜੇ ਅਗਰ 20 ਤੋਂ 25 ਲਿਫਾਫੇ ਖਰਾਬ ਹੁੰਦੇ ਆ, ਅਸੀਂ ਉਹਨੂੰ ਕਾਮਯਾਬ ਸਮਝਦੇ ਹਾਂ ਵੀ ਇਹ ਲੋਟ ਕਾਮਯਾਬ ਹੋ ਗਿਆ, ਪਰ ਅਸੀਂ ਉਹਨੂੰ 2 ਤੋਂ 3% 'ਤੇ ਲੈ ਕੇ ਆਏ ਹਾਂ। ਔਰ ਇਹਦੇ ਵਿੱਚ ਇਨਫੈਕਸ਼ਨ ਇਸ ਤਰ੍ਹਾਂ ਦੀ ਵੀ ਆ ਜਾਂਦੀ ਵੀ ਜਿਹੜੇ 200 ਕਿਲੋ ਦਾ ਲੋਟ ਅੰਦਰ ਗਿਆ, 200 ਦਾ 200 ਵੀ ਖਰਾਬ ਹੋ ਸਕਦਾ, ਔਰ ਕਈ ਲੋਟ ਖਰਾਬ ਹੋ ਸਕਦੇ ਆ ਔਰ ਵਾਰ-ਵਾਰ ਖਰਾਬ ਹੋਣਗੇ। ਅਗਰ ਸਾਨੂੰ ਉਹਦੀ ਪੂਰੀ ਨੌਲੇਜ ਤਾਂ ਪੂਰੀ ਸਾਡੀ ਹਾਈਜੀਨਸ ਨਾ ਹੋਵੇ, ਕੋਈ ਉਹਦੀ ਸਮਝ ਦੀ ਘਾਟ ਹੋਵੇ, ਤਾਂ ਇਹਦੇ ਬਹੁਤ ਵੱਡੇ ਲੌਸੇਜ ਆ ਔਰ ਇਹਨਾਂ ਨੂੰ ਕਵਰ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਆ ਔਰ ਵਾਰ-ਵਾਰ ਹੋਣਗੇ। ਇਹ ਨਹੀਂ ਹੈਗਾ ਵੀ ਇੱਕ ਲੋਟ ਖਰਾਬ ਹੋ ਗਿਆ ਅਤੇ ਅਗਲਾ ਠੀਕ ਹੋਗਾ। ਜੇ ਖਰਾਬ ਹੋਣੇ, ਕਿਉਂਕਿ ਇੱਕ ਜਿਹੜੀ ਮਿਸਟੇਕ ਆ ਉਹ ਲਗਾਤਾਰ ਚੱਲ ਰਹੀ ਆ, ਜਿੰਨਾ ਚਿਰ ਉਹ ਮਿਸਟੇਕ ਇੰਪਰੂਵ ਨਹੀਂ ਹੁੰਦੀ ਉਹਨਾਂ ਚਿਰ ਸੁਧਾਰ ਨਹੀਂ ਹੋਏਗਾ। ਇਹ ਇਸ ਤਰ੍ਹਾਂ ਨਹੀਂ ਹੈਗਾ ਵੀ ਚਲੋ ਕੋਈ ਨਹੀਂ ਇੱਕ ਖਰਾਬ ਹੋ ਗਿਆ ਅਤੇ ਦੂਜਾ ਜਿਹੜੀ ਮਿਸਟੇਕ ਉਸ ਵਿੱਚ ਹੋਈ ਉਹੀ ਅਗਰ ਉਹਨੂੰ ਨਾ ਸੁਧਾਰਿਆ ਤਾਂ ਫਿਰ ਉਹ ਵਾਰ-ਵਾਰ ਲੋਟ ਖਰਾਬ ਹੋਣਗੇ। ਇਹਦਾ ਇੱਕ ਹੋਰ ਵੱਡਾ ਹੈਗਾ ਇਹਦਾ ਮੇਜਰ ਵੀ ਜਿਹੜਾ ਅੱਜ ਅਸੀਂ ਲੋਟ ਅੰਦਰ ਭੇਜਿਆ ਉਹਦਾ ਰਿਜ਼ਲਟ ਜਿਹੜਾ ਆ ਉਹ 9 ਦਿਨ ਬਾਅਦ ਆਉਣਾ, ਅਤੇ 9 ਦਿਨ ਤੱਕ ਅਸੀਂ ਬਹੁਤ ਸਾਰੇ ਲੋਟ ਅੰਦਰ ਭੇਜ ਚੁੱਕੇ ਹੋਣਾ। ਉਹ ਜਿਹੜੀ ਮਿਸਟੇਕ ਅਸੀਂ ਪਹਿਲੇ 'ਚ ਕੀਤੀ ਉਹ 9ਵਾਂ 'ਚ ਹੀ ਕਰ ਗਏ, ਅਤੇ 9 ਦਿਨਾਂ 'ਚ ਤਾਂ ਬਹੁਤ ਵੱਡਾ ਲੋਸ ਹੋ ਜਾਣਾ। ਇੰਨਾ ਸਮਾਂ ਨਹੀਂ ਹੋ ਸਕਦਾ, ਫਿਰ ਲਾਰਜ ਸਕੇਲ 'ਤੇ ਅਸੀਂ ਬੀਜ ਨਹੀਂ ਪੈਦਾ ਕਰ ਸਕਦੇ ਵੀ ਇੱਕ ਲੋਟ ਅੰਦਰ ਭੇਜੀਏ ਉਹਦਾ ਫਿਰ ਰਿਜ਼ਲਟ ਲਈਏ ਫਿਰ ਉਹ ਅਗਲੇ ਨੂੰ ਭੇਜੀਏ, ਫਿਰ ਆਪਾਂ ਕਵਰ ਕਿੱਦਾਂ ਕਰਾਂਗੇ। ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਕਿ ਜਿਹੜਾ ਜਿੰਨਾ ਵੀ ਜਾਵੇ ਅੰਦਰ ਉਹ ਇੱਕ ਪ੍ਰੋਪਰ ਤਰੀਕੇ ਨਾਲ ਪ੍ਰੋਪਰ ਇਨੋਕੂਲੇਸ਼ਨ ਹੋਵੇ, ਪ੍ਰੋਪਰ ਤਰੀਕੇ ਨਾਲ ਸਟੈਰਲਾਈਜੇਸ਼ਨ ਹੋਵੇ, ਸਾਡੇ ਗ੍ਰੇਨਸ ਵਧੀਆ ਹੋਣ, ਸਾਫ਼ ਹੋਣ, ਉਹਦਾ ਪ੍ਰੋਸੈਸ ਦੀ ਜਾਣਕਾਰੀ ਹੋਵੇ, ਕਿੱਦਾਂ ਉਹਨਾਂ ਨੂੰ ਸਟੈਰਲਾਈਜ਼ ਕਰਨਾ, ਕਿੱਦਾਂ ਉਹਦੀ ਇਨੋਕੂਲੇਸ਼ਨ ਹੋਣੀ ਆ ਕਿ ਸਾਨੂੰ ਅੱਛੇ ਰਿਜ਼ਲਟ ਮਿਲ ਸਕਣ ਅਤੇ ਇੱਕ ਹਾਈਜੀਨਸ ਬੀਜ ਪ੍ਰਾਪਤ ਹੋ ਸਕੇ।
ਇਹ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਇਹਦੇ ਵਿੱਚ ਜਿਹੜੇ ਕਣਕ ਹੈਗੀ, ਜਿਹੜੇ ਦਾਣੇ ਉਹਨਾਂ ਨੂੰ ਸਟੈਰੀਲਾਈਜ਼ ਕਰਕੇ ਪਾਇਆ ਜਾਂਦਾ ਹੈਗਾ ਆ, ਉਹ ਖਰਾਬ ਬਹੁਤ ਵੱਡੀ ਗਿਣਤੀ ਦੇ ਵਿੱਚ, ਅਗਰ ਇੱਕ ਸਲੋਟ ਖਰਾਬ ਹੋ ਗਿਆ ਤੇ ਬਾਕੀ ਦੇ 9 ਦਿਨ ਵਾਲੇ ਸਲੋਟ ਵੀ ਖਰਾਬ ਹੋ ਜਾਣਗੇ। ਇਹਨੂੰ ਘੱਟੋ ਘੱਟ ਕਰਨ ਵਾਸਤੇ, ਜੇਕਰ ਇਹਦੀ ਜਿਹੜੀ ਮਿਸਟੇਕ ਹੈਗੀ ਇਹਨੂੰ ਘੱਟੋ ਘੱਟ ਕਰਨ ਵਾਸਤੇ ਕਿਹੜੇ ਫੈਕਟਰਸ ਨੇ ਜਿਹੜੇ ਤੁਸੀਂ ਆਪਣੇ ਨਾਲ ਰੱਖਦੇ ਹੋ? ਕਿਉਂਕਿ ਤੁਹਾਡਾ ਤੁਸੀਂ ਖੁਦ ਕਰਦੇ ਹੋ, ਤੁਸੀਂ ਮੈਨੂੰ ਇਹ ਦੱਸਿਆ ਸੀਗਾ ਕਿ ਤੁਸੀਂ ਕੀ ਚੀਜ਼ ਨਾਲ ਰੱਖਦੇ ਹੋ। ਇਹਨੂੰ ਸਭ ਤੋਂ ਪਹਿਲਾਂ ਤਾਂ ਇਹਦੀ ਪ੍ਰੋਪਰ ਜਾਣਕਾਰੀ, ਪ੍ਰੋਪਰ ਨੌਲੇਜ, ਇਹਨੂੰ ਕਿੰਨੇ ਡਿਗਰੀ ਤੇ ਆਪਾਂ ਸਟੈਰਲਾਈਜ਼ ਕਰਨਾ, ਕਿੰਨਾ ਚਿਰ ਕਰਨਾ, ਕਿੰਨੇ ਚਿਰ ਬਾਅਦ ਆਟੋਕਲੇਵਿੰਗ ਦਾ ਜੋ ਵੀ ਪ੍ਰੋਸੈਸ ਇਹਦਾ ਇੱਕ ਅੱਛੀ ਸਟੈਰਲਾਈਜ਼, ਜਿੰਨੀ ਇੱਥੋਂ ਬੇਸ ਸ਼ੁਰੂ ਹੋਣਾ। ਜੇ ਸਾਡੀ ਸਟੈਰਲਾਈਜ਼ੇਸ਼ਨ 'ਚ ਕੋਈ ਕਮੀ ਆ ਗਈ, ਉਹ ਅੱਗੇ ਜਾ ਕੇ ਉਹਦਾ ਸੁਧਾਰ ਨਹੀਂ ਹੋਣਾ। ਅਗਲਾ ਸਟੈਪ ਆ ਜਾਂਦਾ ਸਾਡਾ ਇਨੋਕੂਲੇਸ਼ਨ ਰੂਮ। ਅਸੀਂ ਉਹਨੂੰ ਕਿੰਨਾ ਕੁ ਹਾਈਜੀਨਸ ਰੱਖਿਆ, ਕਿੰਨਾ ਕੁ ਉਹਨੂੰ ਅਸੀਂ ਬਾਹਰਲੇ ਮੌਸਮ 'ਤੇ ਜਾਂ ਇੱਕ ਇੱਕ ਇੱਦਾਂ ਦਾ ਕਾਰੋਬਾਰ ਹੈ ਜੀ ਇਹ ਚੀਜ਼, ਵੀ ਨਹਾਉਣਾ ਵੀ ਹੈਗਾ ਅਤੇ ਗਿੱਲੇ ਵੀ ਨਹੀਂ ਹੋਣਾ, ਵੀ ਮਤਲਬ ਇਹ ਉਹਦੇ ਵਿੱਚ ਰਹਿ ਕੇ ਇੱਕ, ਕਿਉਂਕਿ ਲੱਖਾਂ ਹੀ ਫੰਗਸ ਜਿਹੜੀਆਂ ਉਹ ਮੌਸਮ 'ਚ ਘੁੰਮ ਰਹੀਆਂ, ਅਸੀਂ ਸਾਰੀਆਂ ਫੰਗਸ ਨੂੰ ਪਰੇ ਕਰਕੇ ਇੱਕ ਆਪਣੀ ਫੰਗਸ ਗਰੋ ਕਰਨੀ ਆ। ਔਰ ਉਹ ਜਿਹੜਾ ਮਟੀਰੀਅਲ ਇਹ ਹੁੰਦਾ, ਇਹ ਸਾਰੀਆਂ ਫੰਗਸ ਨੂੰ ਆਵਾਜ਼ਾਂ ਮਾਰਦਾ, ਉਸ ਟਾਈਮ ਰੈਡੀ ਟੂ ਮਟੀਰੀਅਲ ਹੁੰਦਾ ਫੰਗਸ ਦੀ ਖੁਰਾਕ ਲਈ। ਅਸੀਂ ਉਹਨਾਂ ਫੰਗਸ ਨੂੰ ਬਚਾ ਕੇ ਇੱਕ ਆਪਣੀ ਫੰਗਸ ਗਰੋ ਕਰਨੀ ਆ। ਕੋਈ ਨਾ ਕੋਈ ਫੰਗਸ ਸਾਡੀ ਕਿਸੇ ਲਾਪਰਵਾਹੀ ਨਾਲ ਸਾਡੇ ਕੋਲ ਕੋਈ ਕਮੀ ਰਹਿ ਗਈ, ਉਹ ਅਗਰ ਉਹਦੇ ਵਿੱਚ ਇੰਟਰ ਕਰ ਗਈ, ਸਭ ਤੋਂ ਵੱਡੀ ਆਉਂਦੀ ਇਹ 'ਚ ਗ੍ਰੀਨ ਮੋਲਡ। ਗ੍ਰੀਨ ਮੋਲਡ ਦਾ ਅਟੈਕ ਬਹੁਤ ਜ਼ਿਆਦਾ ਹੁੰਦਾ। ਉਹਨੂੰ ਜਿੱਥੇ ਕੋ ਉਹਦਾ ਸਪੋਰ, ਉਹਨੂੰ ਜਗ੍ਹਾ ਮਿਲ ਗਈ, ਉਹਨੂੰ ਐਂਟਰੀ ਕਰਨ ਲਈ ਉਹਨੂੰ ਰਾਹ ਉਹਦਾ ਖੁੱਲ੍ਹ ਗਿਆ, ਉਹਨੇ ਫਿਰ ਉਹਦੀ ਆਪਣੀ ਉਹਨੇ ਉਹ ਗਰੋ ਕਰ ਜਾਣੀ ਜਿਹੜੀ ਅਸੀਂ ਫੰਗਸ ਮਾਰੀ, ਉਹਨੇ ਉਹਨੂੰ ਮਾਰ ਦੇਣਾ। ਹਾਂਜੀ। ਤੇ ਇਹ ਅੱਜ ਅਸੀਂ ਦਰਸ਼ਕਾਂ ਨੂੰ ਇੱਕ ਕਹਾਣੀ ਸੁਣਾਈ ਜਿਹੜੀ ਆਮ ਇਨਸਾਨ ਤੋਂ, ਆਮ ਇੱਕ ਬੱਚਿਆਂ ਤੋਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਦੇ ਲੈਵਲ ਤੇ ਇੱਕ ਸ਼ੁਰੂਆਤ ਕੀਤੀ ਸੀ। ਉਹ ਜਰਨੀ ਅਜਿਹੀ ਰਹੀ ਕਿ ਅੱਜ ਜਾਣੇ ਜਾਂਦੇ ਨੇ ਪੰਜਾਬ ਦੇ ਮਸ਼ਰੂਮ ਕਿੰਗਸ ਦੇ ਨਾਮ ਤੇ। ਇਹਨਾਂ ਦਾ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣ ਲਈ। ਬਹੁਤ ਬਹੁਤ ਮੈਡਮ ਤੁਹਾਡਾ ਧੰਨਵਾਦ, ਤੁਹਾਡੇ ਚੈਨਲ ਦਾ ਧੰਨਵਾਦ। ਇਸ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਲੋਕ ਸਾਨੂੰ ਦੇਖ ਰਹੇ ਆ ਜਾਂ ਸੁਣ ਰਹੇ ਆ, ਉਹਨਾਂ ਵਾਸਤੇ ਵੀ ਇਹ ਆ ਵੀ ਕੋਈ ਵੀ ਤੁਸੀਂ ਕੰਮ ਕਰਨਾ ਉਹਦੇ ਉੱਤੇ ਪੂਰੀ ਕੰਸੈਂਟਰੇਟੀ ਰੱਖੋ ਔਰ ਪੂਰੇ ਸ਼ੌਂਕ ਦੇ ਨਾਲ, ਉਹ ਇਕਾਗਰਤਾ ਦੇ ਨਾਲ ਕਰੋ। ਜਿੰਨੀ ਦਿਮਾਗ ਦੀ ਫੋਰਸ ਉੱਤੇ ਜ਼ਿਆਦਾ ਪਾਓਗੇ, ਉਨੀ ਤੁਹਾਨੂੰ ਉੱਤੇ ਜਿਹੜੀ ਕਾਮਯਾਬੀ ਉਹ ਜ਼ਿਆਦਾ ਮਿਲੂਗੀ। ਇਸ ਵਕਤ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਜਿਹੜੇ ਰਜਿੰਦਰ ਜੀ ਤੇ ਸੰਜੀਵ ਜੀ ਦੇ ਫਾਦਰ ਸਾਹਿਬ ਨੇ। ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪੇਸ਼ੇ ਤੋਂ ਮਾਸਟਰ ਰਹਿ ਚੁੱਕੇ ਨੇ। ਕੀ ਰਵੱਈਆ ਸੀਗਾ ਜਿਸ ਵਕਤ ਪੁੱਤਾਂ ਨੇ ਆ ਕੇ ਕਿਹਾ ਕਿ ਅਸੀਂ ਮਸ਼ਰੂਮ ਫਾਰਮਿੰਗ ਵੱਲ ਜਾਵਾਂਗੇ? ਬਾਪੂ ਜੀ, ਜੇਕਰ ਗੱਲ ਕਰੀਏ, ਜਿਸ ਵਕਤ ਪੁੱਤਾਂ ਨੇ ਆ ਕੇ ਕਿਹਾ ਕਿ ਅਸੀਂ ਮਸ਼ਰੂਮ ਫਾਰਮਿੰਗ ਕਰਾਂਗੇ, ਤੁਹਾਡੇ ਦਿਮਾਗ ਦੇ ਵਿੱਚ ਕੀ ਆਇਆ ਸੀਗਾ? ਕਿ ਤੁਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਕਰ ਲਓ, ਪੂਰੀ ਸਪੋਰਟ ਸੀਗੀ ਤੁਹਾਡੀ? ਨਹੀਂ ਜੀ, ਇਹ ਕਿੱਤਾ ਜਦੋਂ ਸ਼ੁਰੂ ਕਰਨ ਲੱਗੇ ਤੇ ਮੈਂ ਇਹ ਸ਼ੱਕ 'ਚ ਨਹੀਂ ਸੀ ਵੀ ਇਸ ਕਿੱਤੇ ਨੂੰ ਸ਼ੁਰੂ ਕੀਤਾ ਜਾਏ, ਕਿਉਂਕਿ ਇਹ ਕੰਮ ਬੜਾ ਖਰਚੀਲਾ ਸੀ ਤੇ ਸਾਡੀ ਸਮਰੱਥਾ ਤੋਂ ਬਾਹਰ ਸੀ। ਜੇ ਇਸ ਨੂੰ ਸ਼ੁਰੂ ਕਰਕੇ ਅਸੀਂ ਫੇਲ ਹੋ ਜਾਂਦੇ ਤਾਂ ਸਾਡਾ ਕੋਈ ਟਿਕਾਣਾ ਨਹੀਂ ਸੀ, ਤੇ ਇਹਨੂੰ ਕਵਰ ਕਰਨਾ ਵੀ ਬਹੁਤ ਔਖਾ ਸੀ। ਪਰ ਮਹਾਰਾਜ ਨੇ ਇਹੋ ਜਿਹੀ ਖੇਡ ਰਚੀ ਵੀ ਪੈਸੇ ਨਾਲੋਂ ਬਹੁਤ ਛੋਟੇ ਜਿਹੇ ਤੋਂ ਅਸੀਂ ਸ਼ੁਰੂ ਕੀਤਾ। ਅਸੀਂ ਲੋਨ ਨਹੀਂ ਲਿਆ, ਜਿੰਨੇ ਕੁ ਪੈਸੇ ਆਉਂਦੇ ਗਏ ਉਹੋ ਹੀ ਲਾਉਂਦੇ ਗਏ, ਤਾਂ ਸਾਨੂੰ ਮਹਾਰਾਜ ਨੇ ਨਾਲ ਨਾਲ ਜਿੰਨਾ ਕੁ ਲਾਇਆ ਉਹ ਤੋਂ ਵੱਧ ਕਾਮਯਾਬੀ ਬਖਸ਼ੀ। ਇੱਥੋਂ ਹੀ, ਇਸੇ ਵਿੱਚੋਂ ਹੀ ਕੱਢ ਕੇ ਅਸੀਂ ਇਹ ਸਭ ਕੁਝ ਤਿਆਰ ਕੀਤਾ ਔਰ ਇਸ ਨਿਸ਼ਾਨੇ ਤਾਈਂ ਅਸੀਂ ਉੱਪਰ ਗਏ। ਹੁਣ ਸਾਨੂੰ ਥੋੜ੍ਹਾ ਬਹੁਤਾ ਔਖਾ ਸੌਖਾ ਵੀ ਹੋਵੇ, ਅਸੀਂ ਝੱਲਣ ਦੇ ਯੋਗ ਹਾਂ, ਉਦੋਂ ਅਸੀਂ ਨਹੀਂ ਚੱਲ ਸਕਦੇ। ਬਾਪੂ ਜੀ, ਹੁਣ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇੰਨਾ ਲੰਮਾ ਸਫ਼ਰ ਤੈਅ ਕਰ ਲਿਆ ਦੋਨੋਂ ਪੁੱਤਾਂ ਨੇ? ਅੱਜ ਕੀ ਕਹਿੰਦੇ ਹੋ ਕਿ ਬਹੁਤ ਚੰਗਾ ਡਿਸੀਜਨ ਸੀਗਾ ਉਹ ਜਿਸ ਵਕਤ ਇਹ ਸੋਚਿਆ ਸੀਗਾ ਕਿ ਮਸ਼ਰੂਮ ਫਾਰਮਿੰਗ ਕਰਾਂਗੇ? ਜਿਸ ਜੀ, ਹੁਣ ਤਾਂ ਜਿਸ ਨਿਸ਼ਾਨੇ ਤੇ ਅਸੀਂ ਪਹੁੰਚ ਗਏ, ਸਾਨੂੰ ਕੋਈ ਆਸ ਹੀ ਨਹੀਂ ਸੀ ਇੱਥੇ ਪਹੁੰਚਾਂਗੇ। ਸਾਨੂੰ ਜੋ ਸ਼ੋਹਰਤ ਮਿਲੀ ਆ, ਜੋ ਇਕਨੋਮਿਕਲੀ ਅਸੀਂ ਫਿੱਟ ਹੋਏ ਹਾਂ, ਸਾਨੂੰ ਇਹ ਆਸ ਨਹੀਂ ਸੀ। ਅਸੀਂ ਬਹੁਤ ਖੁਸ਼ ਹਾਂ ਇਸ ਵੇਲੇ ਤੇ ਅਸੀਂ ਕਿਸੇ ਟਿਕਾਣੇ ਤੇ ਪਹੁੰਚੇ ਹਾਂ ਜਿਹੜੀ ਸਾਨੂੰ ਆਸ ਹੀ ਨਹੀਂ ਪਹੁੰਚਣ ਦੀ। ਤੇ ਤੁਸੀਂ ਦੇਖ ਸਕਦੇ ਹੋ ਇਹ ਕਿਸਾਨਾਂ ਦੇ ਵਾਸਤੇ ਇੱਕ ਬਹੁਤ ਵੱਡੀ ਮੋਟੀਵੇਸ਼ਨ ਹੈਗੀ ਹੈ। ਨੋ ਡਾਊਟ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਕੁਝ
ਵੱਖਰਾ ਕਰਨ ਦੀ, ਕੁਝ ਡਿਫਰੈਂਟ ਕਰਨ ਦੀ। ਉਹ 'ਚ ਔਖੀਆਂ ਘੜੀਆਂ ਬਹੁਤ ਆਉਂਦੀਆਂ ਨੇ, ਉਹਦੇ ਵਿੱਚ ਡਾਊਟਸ ਵੀ ਬਹੁਤ ਹੁੰਦੇ ਨੇ, ਲੇਕਿਨ ਜਿਸ ਵਕਤ ਅਸੀਂ ਮਿਹਨਤ ਕਰਦੇ ਹਾਂ ਤੇ ਇੱਕ ਦਿਮਾਗ ਦੇ ਵਿੱਚ ਇੱਕ ਧਾਰਨਾ ਕਰ ਲੈਂਦੇ ਹਾਂ ਕਿ ਅਸੀਂ ਉਹ ਚੀਜ਼ ਹੈਗੀ, ਉਹ ਏਮ ਸਾਡਾ ਹੈਗਾ, ਉਹਨੂੰ ਅਚੀਵ ਕਰਕੇ ਰਹਾਂਗੇ ਤੇ ਉੱਥੇ ਤੱਕ ਅਸੀਂ ਪਹੁੰਚਦੇ ਜ਼ਰੂਰ ਹਾਂ। ਇਹ ਇੱਕ ਮੋਟੀਵੇਸ਼ਨ ਸਟੋਰੀ ਹਰ ਉਸ ਕਿਸਾਨ ਵਾਸਤੇ ਹੈਗੀ ਹੈ ਜਿਹੜੇ ਹਮੇਸ਼ਾ ਸੋਚਦੇ ਨੇ ਕਿ ਜੇਕਰ ਅਸੀਂ ਕੋਈ ਵੱਖਰੀ ਢੰਗ ਦੀ ਕ੍ਰੌਪ ਕਰਾਂਗੇ, ਉਗਾਵਾਂਗੇ ਤੇ ਕੀ ਸਾਨੂੰ ਉਹਦਾ ਨਤੀਜਾ ਕੀ ਮਿਲੇਗਾ। ਇਹ ਤਰੀਕੇ ਦੇ ਜਿਸ ਵਕਤ ਤੁਸੀਂ ਵੱਖਰੀਆਂ ਵੱਖਰੀਆਂ ਚੀਜ਼ਾਂ ਅਪਣਾਉਣ ਦੀ ਕੋਸ਼ਿਸ਼ ਕਰੋਗੇ ਤੇ ਜਿਸ ਵਕਤ ਲੋਕ ਤੁਹਾਡੇ ਕੋਲ ਆਉਣਾ ਸ਼ੁਰੂ ਹੋ ਜਾਣਗੇ, ਸਭ ਤੋਂ ਵੱਡੀ ਗੱਲ ਹੁੰਦੀ ਹੈ ਚੰਗੀ ਚੀਜ਼ ਨੂੰ ਉਗਾਉਣਾ, ਆਰਗੈਨਿਕ ਚੀਜ਼ ਲਿਆਉਣਾ ਜੋ ਕਿ ਲੋਕਾਂ ਦੇ ਵਾਸਤੇ ਫਾਇਦੇਮੰਦ ਹੋਵੇ ਤੇ ਲੋਕ ਤੁਹਾਡੇ ਨਾਲ ਆਪੇ ਜੁੜਦੇ ਰਹਿਣਗੇ। ਤੇ ਜਿਹੜੀ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ ਜਾਂਦੀ ਹੈ, ਉਹ ਵੀ ਇਹਦੇ ਨਾਲ ਜਿਹੜੀ ਸੰਭਵ ਹੈਗੀ ਹੈ ਅੱਗੇ। ਅਸੀਂ ਗੱਲਬਾਤ ਕੀਤੀ ਰਜਿੰਦਰ ਜੀ ਦੇ ਨਾਲ ਤੇ ਲੇਕਿਨ ਜੇਕਰ ਮਸ਼ਰੂਮ ਕਿੰਗਸ ਦੀ ਗੱਲ ਕਰੀਏ ਤੇ ਵਾਰਤਾਲਾਪ ਜਿਹੜੀ ਹੈ ਅਧੂਰੀ ਰਹਿ ਜਾਏਗੀ ਜੇਕਰ ਸੰਜੀਵ ਜੀ ਦੇ ਨਾਲ ਗੱਲ ਨਾ ਕੀਤੀ ਜਾਵੇ। ਸਾਡੇ ਨਾਲ ਇਸ ਵਕਤ ਸੰਜੀਵ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਸੰਜੀਵ ਜੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ, ਤੁਸੀਂ ਅੱਜ ਸਾਡੇ ਫਾਰਮ ਤੇ ਆਏ ਹੋ। ਮੈਂ ਤੁਹਾਡੀ ਸਾਰੀ ਟੀਮ ਦਾ ਚੈਨਲ ਦਾ ਸਵਾਗਤ ਕਰਦਾ ਹਾਂ ਇੱਥੇ ਆਉਣ ਤੇ। ਸੰਜੀਵ ਜੀ, ਹੋਰ ਸਾਰੀਆਂ ਗੱਲਾਂ ਬਾਤਾਂ ਤਾਂ ਅਸੀਂ ਰਜਿੰਦਰ ਜੀ ਨਾਲ ਕੀਤੀਆਂ, ਲੇਕਿਨ ਇੱਕ ਚੀਜ਼ ਹੈਗੀ ਜਿਹੜੀ ਮੇਰੇ ਦਿਮਾਗ ਦੇ ਵਿੱਚ ਬੈਠੀ ਹੋਈ ਹੈ, ਜਿਹੜਾ ਮੈਂ ਤੁਹਾਡੇ ਤੋਂ ਸਵਾਲ ਪੁੱਛਦੀ ਹਾਂ ਕਿ ਅਸੀਂ ਸੁਣਿਆ ਕਿ ਤੁਹਾਡੇ ਜਿਹੜੇ ਮਸ਼ਰੂਮ ਨੇ ਹੋਰ ਸਾਰੇ ਮਸ਼ਰੂਮਾਂ ਤੋਂ ਮਹਿੰਗੇ ਵਿਕਦੇ ਨੇ, ਤੇ ਦੂਜੀ ਗੱਲ ਇਹ ਕਿ 2 ਮਹੀਨੇ ਪਹਿਲਾਂ ਇਹਦੀ ਬੁਕਿੰਗ ਹੋ ਜਾਂਦੀ ਹੈ। ਐਸੀ ਕੀ ਖਾਸ ਚੀਜ਼ ਹੈ ਇਹਦੇ ਵਿੱਚ? ਮੈਡਮ, ਜਿਹੜੀ ਬੀਜ ਦੀ ਜਿਹੜੀ ਬੁਕਿੰਗ ਪਹਿਲਾਂ ਹੁੰਦੀ ਹੈ ਉਹ ਮਸ਼ਰੂਮ ਦੇ ਬੀਜ ਦੀ ਹੁੰਦੀ ਹੈ। ਤੇ ਜਿੱਥੋਂ ਤੱਕ ਮਸ਼ਰੂਮ ਦਾ ਸਵਾਲ ਹੈ, ਉਹ ਸਾਡੀ ਵਾਕਿਆ ਹੀ ਮਾਰਕੀਟ ਨਾਲੋਂ ਜ਼ਿਆਦਾ ਮਿਲਦਾ। ਇਹਦਾ ਕਾਰਨ ਇਹ ਹੈ ਕਿ ਅਸੀਂ ਕੁਆਲਿਟੀ 'ਤੇ ਬੜਾ ਧਿਆਨ ਦਿੰਦੇ ਹਾਂ। ਅਸੀਂ ਇਹਦੀ ਪੈਕਿੰਗ ਦੇ ਵਿੱਚ 3 ਗ੍ਰੇਡ ਬਣਾਉਂਦੇ ਹਾਂ, A ਗ੍ਰੇਡ, B ਗ੍ਰੇਡ ਤੇ C ਗ੍ਰੇਡ। ਆਮ ਕਿਸਾਨ ਕੀ ਕਰਦਾ ਕਿ ਉਹਦੀ ਗ੍ਰੇਡਿੰਗ ਨਹੀਂ ਕਰਦਾ। ਦੂਸਰੀ ਗੱਲ ਇਹ ਹੈਗਾ ਕਿ ਅਸੀਂ ਇਹ ਕਰਦੇ ਹਾਂ ਕਿ ਆਪਣੀ ਜਿਹੜੀ ਮਾਰਕੀਟ 'ਚ ਜਦੋਂ ਸਾਡਾ ਨਾਂ ਬਣਿਆ, ਇਹਦੇ ਨਾਲ ਅਸੀਂ ਸਮਝੌਤਾ ਨਹੀਂ ਕਰਦੇ। ਜਿਹੜਾ A ਗ੍ਰੇਡ ਦਾ ਮਾਲ ਜੇ ਅਸੀਂ A ਕਿਹਾ ਤਾਂ ਉਹ A ਹੀ ਨਿਕਲੇਗਾ, ਉਹਦੇ ਵਿੱਚ ਵੀ ਨਹੀਂ। ਅਸੀਂ ਹੋਰ ਅੱਗੇ ਪਿੱਛੇ ਹੋ ਜਾਈਏ, ਜਿਸ ਲਈ ਇਹਦੀ ਗ੍ਰੇਡਿੰਗ ਹੁੰਦੀ ਉਸ ਟਾਈਮ ਆਪਣੀ ਅਸੀਂ ਜ਼ਰੂਰ ਹਾਜ਼ਰੀ ਦਿੰਦੇ ਹਾਂ ਤਾਂ ਕਿ ਇਹਦੇ ਵਿੱਚ ਕੋਈ ਲੇਬਰ ਜਿਹੜੀ ਆ ਕੋਈ ਗਲਤ ਕੰਮ ਨਾ ਕਰ ਜਾਏ। A ਦੀ ਜਗ੍ਹਾ B ਨਾ ਪਾ ਦੇ, B ਦੀ ਜਗ੍ਹਾ C ਨਾ ਪਾ ਦੇ। ਇਸ ਕਰਕੇ ਸਾਡਾ ਇੱਕ ਨਾ ਟ੍ਰੇਡ ਨੇਮ ਬਣ ਗਿਆ ਹੈ। ਇਸ ਕਰਕੇ ਸਾਨੂੰ ਨਾ ਉਹ ਯਕੀਨ ਕਰਦੇ ਆ ਤੇ ਮਾਰਕੀਟ ਨਾਲੋਂ ਵੱਧ ਰੇਟ ਦੇ ਦਿੰਦੇ ਆ। ਆਪਾਂ ਸਪੌਨ ਲੈਬ ਦੀ ਗੱਲ ਕਰ ਰਹੇ ਸੀਗੇ, ਉਹਦੇ ਵਿੱਚ ਸਾਨੂੰ ਦੱਸਿਆ ਰਜਿੰਦਰ ਜੀ ਨੇ ਕਿ ਤੁਸੀਂ ਤੇ ਉਹ ਆਪ ਕੰਮ ਕਰਦੇ ਨੇ ਸਾਰਾ, ਜਿੰਨਾ ਵੀ ਬੀਜ ਦਾ ਕੰਮ ਕਰਨਾ ਹੋਵੇ। ਇਹਦੇ ਬਾਰੇ ਤੁਸੀਂ ਟ੍ਰੇਨਿੰਗ ਕਿਸ ਤਰੀਕੇ ਨਾਲ ਲਈ ਤੇ ਕਿਸ ਤਰੀਕੇ ਨਾਲ ਅੱਜ ਤੱਕ ਕੰਮ ਕਰਦੇ ਜਾ ਰਹੇ ਹੋ? ਮੈਡਮ, ਸਭ ਤੋਂ ਪਹਿਲਾਂ ਅਸੀਂ ਰਿਸਰਚ ਸੈਂਟਰ ਸੋਲਨ ਤੋਂ ਟ੍ਰੇਨਿੰਗ ਲਈ ਇਹਦੇ ਬਾਰੇ, ਟਿਸ਼ੂ ਕਲਚਰ ਬਾਰੇ। ਫਿਰ ਉਹਦੀ ਬਰੀਕੀਆਂ ਜੱਟੀਆਂ ਵੀ ਟਿਸ਼ੂ ਕਲਚਰ ਹੈ ਕੀ ਔਰ ਚੰਗਾ ਟਿਸ਼ੂ ਕਿਹਨੂੰ ਕਿਹਾ ਜਾਂਦਾ, ਇਹਦੇ ਬਾਰੇ ਸਾਰੀ ਸਟੱਡੀ ਕਰਨ ਤੋਂ ਬਾਅਦ ਅਸੀਂ ਇਹਦਾ ਕੰਮ ਇਸ ਕਰਕੇ ਆਪਣੇ ਹੱਥਾਂ 'ਚ ਰੱਖਿਆ ਕਿ ਜਦੋਂ ਅਸੀਂ ਕੋਈ ਆਪਰੇਟਰ ਰੱਖ ਲੈਂਦੇ ਹਾਂ ਨਾ, ਉਹ ਬਾਰਗੇਨਿੰਗ ਕਰ ਜਾਂਦਾ, ਕਿਉਂਕਿ ਉਹ ਸਪੌਨ ਟੂ ਸਪੌਨ ਕਰ ਦੇਗਾ ਔਰ ਇਹਦੀ ਕੋਈ ਵੀ ਪਹਿਚਾਣ ਨਹੀਂ। ਜਦੋਂ ਅਸੀਂ ਆਪ ਹੋਵਾਂਗੇ, ਖੁਦ ਹੋਵਾਂਗੇ, ਤਾਂ ਸਾਨੂੰ ਪਤਾ ਹੋਊਗਾ ਵੀ ਅਸੀਂ ਆਹ ਹੀ ਕਿਸਮ ਦਾ ਟਿਸ਼ੂ ਲਿਆ ਆ ਔਰ ਆਹੀ ਇਹਦੀਆਂ 3 ਗਰੋਥਾਂ ਹੀ ਹੁੰਦੀਆਂ ਜਿਹੜੀਆਂ ਵਧੀਆ ਝਾੜ ਦਿੰਦੀਆਂ ਜਾਂ ਵਧੀਆ ਕੁਆਲਿਟੀ ਦਿੰਦੀਆਂ, ਉਹ 3rd ਗਰੋਥ 'ਤੇ ਹੁੰਦੀਆਂ। ਅਤੇ ਅਸੀਂ ਉਹ ਤੀਸਰੀ ਗਰੋਥ 'ਤੇ ਰੱਖਦੇ ਸੀ, 4ਥੀ ਸਟੇਜ 'ਤੇ ਨਹੀਂ ਜਾਂਦੇ ਉਹਦੇ ਵਿੱਚ। ਅਤੇ ਜਿਹੜਾ ਆਪਰੇਟਰ ਹੁੰਦਾ ਉਹ ਤਾਂ ਆਪਣੇ ਆਪ ਨੂੰ ਸੌਖਾ ਰੱਖੇਗਾ ਜੀ ਔਰ ਕੁਆਲਿਟੀ ਦਾ ਧਿਆਨ ਨਹੀਂ ਰੱਖੇਗਾ। ਇਸ ਕਰਕੇ ਅਸੀਂ ਇਹਨੂੰ ਆਪਣੇ ਹੱਥਾਂ 'ਚ ਰੱਖਿਆ ਅਤੇ ਇਹਦਾ ਜਿਹੜਾ ਤਾਂ ਕਿ ਵਧੀਆ ਤਰੀਕੇ ਨਾਲ ਅਸੀਂ ਸਪੌਨ ਤਿਆਰ ਕਰ ਸਕੀਏ। ਸੰਜੀਵ ਜੀ, ਇੱਕ ਚੀਜ਼ ਆ ਜਾਂਦੀ ਹੈ ਕਿ ਇਹ ਤੁਸੀਂ ਆਪਣੇ ਹੱਥ ਦੇ ਵਿੱਚ ਲਿਆ, ਪਹਿਲਾਂ ਕੋਈ ਘਟਨਾ ਐਸੀ ਵਾਪਰੀ ਸੀ ਆਪਣੇ ਨਾਲ ਕਿ ਜਿਸ ਵਕਤ ਬੀਜ ਘਟੀਆ ਕੁਆਲਿਟੀ ਦੇ ਆ ਗਏ ਹੁਣ ਤੁਹਾਡੇ ਤੱਕ? ਹਾਂਜੀ ਮੈਡਮ, ਪਹਿਲਾਂ ਅਸੀਂ ਦੂਸਰੀਆਂ ਲੈਬਾਂ ਤੋਂ ਮੁੱਲ ਲੈਂਦੇ। ਪਹਿਲਾਂ ਤਾਂ ਇਹ ਹੁੰਦਾ ਸੀ ਵੀ ਜਿਹੜੀ ਕਿਸਮ ਅਸੀਂ ਉਹਨਾਂ ਕੋਲ ਡਿਮਾਂਡ ਕਰਦੇ ਸੀ ਨਾ, ਉਹ ਭਾਵੇਂ ਉਹਨਾਂ ਕੋਲ ਹੈ, ਉਹ ਕਹਿ ਦਿੰਦੇ ਸੀ ਵੀ ਉਹੀ ਹੈ। ਜਦ ਤੱਕ ਉਹਦਾ ਰਿਜ਼ਲਟ ਨਹੀਂ ਆਉਂਦਾ ਉਦੋਂ ਤੱਕ ਉਹ ਕੋਈ ਪਹਿਚਾਣ ਨਹੀਂ ਹੈ ਕਿ ਉਹ ਕੀ ਸਾਨੂੰ ਦੇ ਰਿਹਾ ਹੈ। ਜਿਸ ਤਰ੍ਹਾਂ ਕਣਕ ਹੈ, ਕਣਕ ਜੰਮੀ ਤੇ ਛਿੱਟੇ ਆਏ ਤੇ ਅਸੀਂ ਦੇਖ ਸਕਦੇ ਹਾਂ ਕਿ ਕਿਹੜੀ ਕਿਸਮ ਹੈ, ਨਹੀਂ ਤਾਂ ਪਹਿਲਾਂ ਸਾਰੀ ਕਣਕ ਹੀ ਹੈ। ਇਸੇ ਤਰ੍ਹਾਂ ਇਹਦੇ ਵਿੱਚ ਸੀਗਾ। ਫਿਰ ਅਸੀਂ ਸੋਚਿਆ ਕਿ ਅਸੀਂ ਆਪਣੀ ਲੈਬ ਲਾਈਏ। ਫਿਰ ਆਪਣੀ ਲੈਬ ਲਾਈ, ਹੌਲੀ ਟ੍ਰੇਨਿੰਗ ਕਰਕੇ ਸਾਰਾ ਕੁਝ ਕਰਕੇ ਫਿਰ ਆਪਣਾ ਇਹਨੂੰ ਮੋਡੀਫਾਈਡ ਕਰਕੇ ਤਾਂ ਇਹਦਾ ਜਿਹੜਾ ਵਧੀਆ ਤਰੀਕੇ ਦੇ ਨਾਲ ਅਸੀਂ ਸਪੌਨ ਤਿਆਰ ਕਰਨਾ ਸ਼ੁਰੂ ਕੀਤਾ। ਇਸ ਤੋਂ ਇੱਕ ਕੋਈ ਕਿੱਸਾ ਆਪਣੀ ਜ਼ਿੰਦਗੀ ਦਾ ਜਿਹੜਾ ਇੰਨਾ ਵੱਡਾ ਸਫ਼ਰ ਕੱਟ ਲਿਆ ਮਸ਼ਰੂਮ ਫਾਰਮਿੰਗ ਦੇ ਵਿੱਚ, ਕੋਈ ਅਜਿਹਾ ਕਿੱਸਾ ਜਿਹੜਾ ਤੁਹਾਨੂੰ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਰਹਿੰਦਾ ਹੋਵੇ ਇੰਨੇ ਵੱਡੇ ਸਫ਼ਰ ਦਾ, ਉਹ ਜ਼ਰੂਰ ਸਾਂਝਾ ਕਰੋ ਸਾਡੇ ਨਾਲ। ਮੈਡਮ, ਕਿੱਸੇ ਤਾਂ ਕਈ ਆਏ ਆ, ਪਰ ਇੱਕ ਵਾਰੀ ਕਿੱਸਾ ਇਹ ਹੋਇਆ ਕਿ ਸਰਦਾਰ ਦਰਸ਼ਨ ਸਿੰਘ ਚਾਹਲ ਸਾਹਿਬ, ਜਿਨ੍ਹਾਂ ਨੇ ਮਸ਼ਰੂਮ 'ਚ ਬਹੁਤ ਕੰਮ ਕੀਤਾ, ਕਿਉਂਕਿ ਉਹਨਾਂ ਨੇ ਕੋਲਡ ਸਟੋਰਾਂ ਨੂੰ ਮਸ਼ਰੂਮ ਫਾਰਮ 'ਚ ਕਨਵਰਟ ਕਰ ਦਿੱਤਾ ਸੀਗਾ। ਅਤੇ ਅਸੀਂ ਉਹਨਾਂ ਦੇ ਨਾਲ ਇਸ ਤਰ੍ਹਾਂ ਇੱਕ ਮੀਟਿੰਗ ਕਰ ਰਹੇ ਸੀ, ਉਹਨਾਂ ਦੀ ਕੋਠੀ 'ਚ ਬੈਠੇ ਸੀਗੇ ਅਤੇ ਉਹ ਉੱਠ ਕੇ ਜਾਣ ਲੱਗੇ, ਅਸੀਂ ਉਹਨਾਂ ਨੂੰ ਸੀ ਆਫ ਕਰਾਂਗੇ। ਜਦੋਂ ਮੈਂ ਦਰਵਾਜ਼ੇ ਤੋਂ ਬਾਹਰ ਗਿਆ ਨਾ, ਤਾਂ ਉਹਨੇ ਮੇਰਾ ਨਾਂ ਲੈ ਕੇ ਮੈਨੂੰ ਆਵਾਜ਼ ਮਾਰੀ, ਅਤੇ ਜਿਸ ਲਈ ਆਵਾਜ਼ ਮਾਰੀ ਮੈਂ ਕਿਹਾ ਹਾਂਜੀ ਚੀਫ ਸਾਹਿਬ ਦੱਸੋ। ਕਹਿੰਦੇ ਬੈਠ ਜਾ। ਮੈਂ ਬੈਠ ਗਿਆ।
ਉਹ ਬੜੇ ਨਾਟਕੀ ਜਿਹੇ ਢੰਗ ਨਾਲ ਗੱਲ ਕਰਦੇ ਹੁੰਦੇ ਸੀ। ਉਹ ਕਹਿੰਦੇ ਵੀ ਆ ਮੇਰੇ ਸਿਰ ਦੇ ਵਾਲ ਦੇਖ ਕਿੱਦਾਂ ਦੇ ਆ। ਮੈਂ ਕਿਹਾ ਜੀ ਚਿੱਟੇ ਆ। ਕਹਿੰਦਾ ਜਦੋਂ ਮੈਂ ਮਸ਼ਰੂਮ ਲਾਉਣ ਲੱਗਾ ਨਾ ਮੇਰੇ ਵੀ ਕਾਲੇ ਸੀਗੇ ਔਰ ਚਿੱਟੇ ਹੋ ਗਏ ਆ, ਪਰ ਤੂੰ ਇਹਦੇ ਵਿੱਚ ਨਾ ਇਹਨਾਂ ਨੇ ਮੈਨੂੰ ਅੱਜ ਤੱਕ ਭੇਤ ਨਹੀਂ ਦਿੱਤਾ ਆਪਣਾ, ਤੇ ਤੂੰ ਲਾਪਰਵਾਹ ਨਾ ਹੋਈ ਜ਼ਿੰਦਗੀ 'ਚ। ਇਹ ਨਾ ਹੋਈ ਵੀ ਮੈਂ ਹੁਣ ਕਾਮਯਾਬ ਹੋ ਗਿਆ, ਕਦੀ ਮਾਸਟਰ ਨਾ ਸਮਝੀ ਆਪਣੇ ਆਪ ਨੂੰ, ਇਹੀ ਸਮਝੀ ਕਿ ਮੈਂ ਇਹਨੂੰ ਸਿੱਖਣਾ ਆ, ਫਿਰ ਕਾਮਯਾਬ ਹੋਗਾ। ਜਦੋਂ ਤੁਸੀਂ ਮਾਸਟਰ ਸਮਝ ਲਿਆ ਨਾ, ਉਦੋਂ ਤੁਸੀਂ 99 ਤੋਂ 100 ਨਹੀਂ ਹੋਣਾ, 98 ਹੋ ਜਾਣੇ ਆ। ਔਰ ਉਹਨਾਂ ਦੀ ਗੱਲ ਜਿਹੜੀ ਮੈਨੂੰ ਅੱਜ ਵੀ ਯਾਦ ਆ, ਔਰ ਅਸੀਂ ਆਪਣੇ ਗਾਂ ਬੱਚਿਆਂ ਨੂੰ ਵੀ ਸਮਝਾਉਂਦੇ ਆ ਇਹ ਗੱਲ ਵੀ ਤੁਸੀਂ ਇਹ ਗੱਲ ਸਾਨੂੰ ਚੀਫ ਸਾਹਿਬ ਕਹਿ ਕੇ ਗਏ ਸੀ ਤੇ ਇਹਨੂੰ ਯਾਦ ਰੱਖਿਓ ਹਮੇਸ਼ਾ। ਔਰ ਬਹੁਤ ਵੱਡੀ, ਔਰ ਉਹਨਾਂ ਨੇ ਬਾਅਦ 'ਚ ਇਹ ਵੀ ਗੱਲ ਕਹੀ ਮੈਨੂੰ ਵੀ ਮੈਂ ਰਵਾਂ ਨਾ ਰਵਾਂ, ਪਰ ਮੇਰੀ ਗੱਲ ਤੁਸੀਂ ਯਾਦ ਕਰਿਆ ਕਰੋਗੇ। ਅੱਜ ਵੀ ਅਸੀਂ ਜਦੋਂ ਸੋਚਦੇ ਆ ਨਾ ਇਹਦੇ ਬਾਰੇ, ਉਹਨਾਂ ਦੀ ਗੱਲ ਹਮੇਸ਼ਾ ਸਾਨੂੰ ਯਾਦ ਆ ਜਾਂਦੀ ਹੈ ਵੀ ਗੱਲ ਉਹ ਬਹੁਤ ਵੱਡੀ ਔਰ ਪਤੇ ਦੀ ਕਰਕੇ ਗਏ ਸੀ। ਇਸ ਤਰ੍ਹਾਂ ਬਹੁਤ ਸਾਰੇ ਕਿੱਸੇ ਵਾਪਰਦੇ ਗਏ ਜ਼ਿੰਦਗੀ 'ਚ। ਤੇ ਜੇਕਰ ਇਦਾਂ ਹੀ ਗੱਲ ਕਰਦੇ ਆ ਕਿ ਬਹੁਤ ਸਾਰੀ ਚੀਜ਼ਾਂ ਉਪਲਬਧੀਆਂ ਹਾਸਲ ਕਰ ਲੀਆਂ ਆਪਣੇ ਜ਼ਿੰਦਗੀ ਦੇ ਵਿੱਚ, ਲੇਕਿਨ ਜੇਕਰ ਇਦਾਂ ਹੀ ਆਪਾਂ ਗੱਲ ਕਰਦੇ ਆ ਹੁਣ ਮਸ਼ਰੂਮ ਫਾਰਮ ਵਾਸਤੇ ਅੱਗੇ ਫਿਊਚਰ ਕੀ ਦੇਖਦੇ ਹੋ, ਅੱਗੇ ਕੀ ਕੀਤਾ ਜਾਏਗਾ, ਹੋਰ ਕੀ ਉਪਰਾਲਾ ਕੀਤਾ ਜਾਏਗਾ? ਮੈਡਮ ਮਸ਼ਰੂਮ ਫਾਰਮ ਦਾ ਫਿਊਚਰ ਬੜਾ ਬਰਾਈਟ ਹੈ, ਕਿਉਂਕਿ ਜ਼ਮੀਨ ਸਾਡੀ ਘਟਦੀ ਜਾ ਰਹੀ ਹੈ। ਇੱਕ ਇਹੀ ਹੈਗਾ ਵੀ ਇਹਦਾ ਜਿਹੜਾ ਅਸੀਂ ਮਲਟੀ ਲੇਅਰ ਕਰ ਲੈਂਦੇ ਹਾਂ। ਦੂਸਰਾ ਇਹ ਹੈਗਾ ਕਿ ਜਦੋਂ ਅਸੀਂ ਬਾਹਰ ਖੇਤੀ ਕਰਦੇ ਹਾਂ, ਇਹਦਾ ਡਾਈਵਰਸੀਫਿਕੇਸ਼ਨ ਕਰਦੇ ਹਾਂ, ਉਹਦੇ ਵਿੱਚ ਇਹ ਹੈਗਾ ਕਿ ਕਦੀ ਬਾਰਿਸ਼ ਹੋ ਗਈ ਤੇ ਫਸਲ ਮਰ ਗਈ, ਕਦੀ ਬਾਰਿਸ਼ ਨਾ ਹੋਈ ਤਾਂ ਮਰ ਗਈ। ਇਸ ਤਰ੍ਹਾਂ ਦੀਆਂ ਬਹੁਤ ਕੁਦਰਤੀ ਆਫਤਾਂ। ਇਹ ਤੀਸਰਾ ਇਹਦਾ ਬਹੁਤ ਵੱਡਾ ਬੈਨੀਫਿਟ ਹੈ ਕਿ ਇੱਕ ਪਰਿਵਾਰ ਕਿਸਾਨ ਜਿਹੜਾ ਸਾਰਾ ਫੈਮਿਲੀ ਨੂੰ ਕੰਮ ਮਿਲ ਜਾਂਦਾ। ਤੀਸਰਾ ਇਹ ਆਰਗੈਨਿਕ ਹੈ, ਔਰ ਇਸ ਲਈ ਸਭ ਤੋਂ ਜ਼ਿਆਦਾ ਆਰਗੈਨਿਕ ਦਾ ਹਰ ਆਦਮੀ ਆਰਗੈਨਿਕ ਖਾਣਾ ਚਾਹੁੰਦਾ, ਲੇਕਿਨ ਉਹਨੂੰ ਮਿਲ ਨਹੀਂ ਰਿਹਾ ਹਨ। ਇਸ ਕਰਕੇ ਇਹਦਾ ਬੜਾ ਦੂਸਰਾ ਇਹ ਹੈਗਾ ਕਿ ਇਹ ਬੜਾ ਸੰਤੁਲਿਤ ਭੋਜਨ ਹੈ। ਤੀਸਰਾ ਅੱਜ ਲੋਕ ਮੀਟ ਔਰ ਪਨੀਰ ਦਾ ਸਬਸਟੀਚਿਊਟ ਵੀ ਹੀ ਮਸ਼ਰੂਮ ਹੈ। ਇਸ ਕਰਕੇ ਇਹਦਾ ਮਸ਼ਰੂਮ ਦਾ ਆਉਣ ਵਾਲੇ ਸਮੇਂ ਦੇ ਵਿੱਚ ਲਾਗਤ ਦਿਨੋਂ ਦਿਨ ਵੱਧ ਰਹੀ ਹੈ, ਔਰ ਆਉਣ ਵਾਲੇ ਸਮੇਂ 'ਤੇ ਬਹੁਤ ਇਹਦਾ ਬ੍ਰਾਈਟ ਫਿਊਚਰ ਹੈ। ਸਿੰਘ ਸਾਹਿਬ, ਇੱਕ ਸਵਾਲ ਜ਼ਰੂਰ ਪੁੱਛੂੰਗੀ ਮੈਂ ਕਿ ਜਿਸ ਵਕਤ ਸ਼ੁਰੂਆਤ ਕੀਤੀ ਸੀਗੀ ਇਹਦੀ, ਤੇ ਬਹੁਤ ਸਾਰੀਆਂ ਚੀਜ਼ਾਂ ਅੜਚਣਾਂ ਆਈਆਂ ਹੋਊਗੀਆਂ ਜ਼ਿੰਦਗੀ ਦੇ ਵਿੱਚ, ਕਦੀ ਲੱਗਾ ਕਿ ਆਪਣੇ ਦਿਮਾਗ ਦੇ ਵਿੱਚ ਕੀ ਚੱਲਦਾ ਹੁੰਦਾ ਸੀਗਾ ਜਿਸ ਵਕਤ ਚੱਲ ਰਿਹਾ ਹੁੰਦਾ ਸੀ ਕਿ ਅੱਜ ਸਕਸੈਸ ਨਹੀਂ ਮਿਲੀ, ਅੱਜ ਗਲਤ ਹੋ ਗਿਆ, ਅੱਜ ਖਰਾਬੀ ਹੋ ਗਈ, ਤੇ ਫਿਰ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਮੋਟੀਵੇਟ ਕਰਦੇ ਸੀ? ਮੈਡਮ ਜਦੋਂ ਨਾ ਕੋਈ ਖਰਾਬੀ ਹੋ ਜਾਂਦੀ, ਥੋੜ੍ਹਾ ਜਿਹਾ ਮਨ ਤਾਂ ਹੁੰਦਾ ਹੀ ਆ, ਪਰ ਇੱਕ ਚੀਜ਼ ਹਮੇਸ਼ਾ ਕੋਈ ਪ੍ਰਮਾਤਮਾ ਵੱਲੋਂ ਹੌਸਲਾ ਰਿਹਾ ਵੀ ਬੰਦਾ ਆਪਣੀਆਂ ਗਲਤੀਆਂ ਤੋਂ ਸਿੱਖਦਾ। ਜਦੋਂ ਵੀ ਕੁਝ ਤੁਸੀਂ ਸਿੱਖਣਾ ਨਾ, ਆਪਣੀ ਗਲਤੀ ਤੋਂ ਸਿੱਖਣਾ। ਉੱਦਾਂ ਪੜ੍ਹਾਈ ਦੇ ਵਿੱਚ ਤੁਸੀਂ ਤੁਹਾਨੂੰ ਲਾਈਨ ਤਾਂ ਮਿਲ ਜਾਂਦੀ ਹੈ, ਪਰ ਤੁਸੀਂ ਉਹਦੇ ਵਿੱਚ ਪੂਰੇ ਸਿੱਖ ਨਹੀਂ ਸਕਦੇ ਉਹਨੇ। ਜਦੋਂ ਤੁਸੀਂ ਗਲਤੀ ਕਰੋਗੇ, ਫਿਰ ਗਲਤੀ ਤੋਂ ਤੁਹਾਡਾ ਨੁਕਸਾਨ ਹੋਊਗਾ, ਉਹ ਲਾਈਫ ਟਾਈਮ ਤੁਹਾਨੂੰ ਯਾਦ ਰਹੂਗਾ। ਔਰ ਜਿੰਨੀਆਂ ਮੈਂ ਤਾਂ ਕਹਿੰਦਾ ਵੀ ਜਿਹੜੀ ਅਸਫਲਤਾ ਹੁੰਦੀ ਆ ਨਾ, ਉਹ ਸਫਲਤਾ ਦੀ ਨਿਸ਼ਾਨੀ ਹੁੰਦੀ ਆ। ਸਫਲਤਾ ਦਾ ਰਸਤਾ ਅਸਫਲਤਾ ਤਾਂ ਨਹੀਂ ਜਾਂਦਾ। ਸੋ ਇਸ ਗੱਲ ਨੂੰ ਆਪਣੇ ਮਾਈਂਡ ਨੂੰ ਸਟਰੋਂਗ ਕਰਨ ਲਈ ਇਸ ਤਰ੍ਹਾਂ ਦੀਆਂ ਹਾਈਪੋਥੀਸਿਸ ਬਣਾ ਲਈਆਂ ਸੀ, ਔਰ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਵੀ ਸਮੱਸਿਆ ਸਾਡੇ ਮੂਹਰੇ ਦੀਵਾਰ ਬਣ ਕੇ ਨਹੀਂ ਖੜੀ। ਕੋਈ ਨਾ ਕੋਈ ਦੋਸਤ ਮਿੱਤਰ, ਕੋਈ ਡਾਕਟਰ ਸਾਹਿਬ, ਉਹਨਾਂ ਦੀ ਹੈਲਪ ਲੈ ਲਈਦੀ ਸੀ ਤਾਂ ਤਕਰੀਬਨ ਸਮੇਂ ਦੇ ਵਿੱਚ ਉਹ ਸਾਡਾ ਮਸਲਾ ਹੱਲ ਹੋ ਜਾਂਦਾ ਸੀ। ਤੇ ਅਸੀਂ ਤੁਹਾਡੀ ਗੱਲਬਾਤ ਕਰਵਾਈ ਰਜਿੰਦਰ ਜੀ ਦੇ ਨਾਲ ਵੀ, ਸੰਜੀਵ ਜੀ ਦੇ ਨਾਲ ਵੀ, ਜਿਹੜੇ ਮਸ਼ਰੂਮ ਕਿੰਗ ਕਹਿਲਾਏ ਜਾਂਦੇ ਨੇ ਪੰਜਾਬ ਦੇ। ਇਹਨਾਂ ਦਾ ਸਫ਼ਰ ਸੁਣਿਆ, ਸਫ਼ਰ 'ਚ ਆਈਆਂ ਅੜਚਣਾਂ ਸੁਣੀਆਂ, ਤੇ ਪੂਰੇ ਸਫ਼ਰ ਨੂੰ ਕਿਸ ਤਰੀਕੇ ਨਾਲ ਇੱਕ ਨੌਜਵਾਨਾਂ ਨੇ, ਗ੍ਰੈਜੂਏਸ਼ਨ ਕਰਦੇ ਨੌਜਵਾਨਾਂ ਨੇ ਸ਼ੁਰੂਆਤ ਕੀਤੀ ਸੀਗੀ ਤੇ ਅੱਜ ਪਹੁੰਚੇ ਨੇ ਮਸ਼ਰੂਮ ਕਿੰਗਸ ਦੇ ਨਾਮ ਤੇ। ਤੇ ਜਿਹੜਾ ਇਹ ਸਫ਼ਰ ਹੈ ਇਸੇ ਤਰੀਕੇ ਨਾਲ ਅੱਗੇ ਚੱਲਦਾ ਜਾ ਰਿਹਾ ਹੈਗਾ ਆ, ਤੇ ਆਪਣਾ ਹੋਰ ਜਿਹੜਾ ਬੈਸਟ ਹੈਗਾ ਆ ਉਹ ਕਰਨ ਦਾ ਵਾਅਦਾ ਵੀ ਕਰਦੇ ਨੇ, ਤੇ ਲੋਕਾਂ ਤੱਕ ਅੱਛੀ ਵੈਰਾਈਟੀ ਜਿਹੜੀ ਮਸ਼ਰੂਮ ਦੀ ਹੈਗੀ ਹੈ ਉਹ ਪਹੁੰਚਾਉਣ ਦਾ ਵੀ ਦਾਅਵਾ ਕਰਦੇ ਨੇ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀ ਸਟੋਰੀਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਤਦ ਤੱਕ ਲਈ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ। ਨਮਸਕਾਰ।